ਹੁੰਦਾ ਹੈ। ਹਾਂ, ਗੈਰ ਮਾਮੂਰ ਜਿਹੜਾ ਹੁੰਦਾ ਹੈ ਉਹ ਇਸਤਾਰਾ ਦੇ ਰੰਗ 'ਚ ਨਬੀ ਹੁੰਦਾ ਹੈ। ਇਸਤਾਰਾ ਇਸ ਲਈ ਉਹਨਾਂ ਨੇ ਕਿਹਾ ਕਿ ਉਹਦੇ 'ਚ ਤਮਾਮ ਖਸੂਸੀਅਤ ਨਬੀ ਵਾਲੀਆਂ ਨਹੀਂ ਹੁੰਦੀਆਂ, ਚੰਦ ਹੁੰਦੀਆਂ ਨੇ, ਕਿਉਂਕਿ ਮਾਮੂਰ ਪਾ ਕੇ ਵਹੀ ਪਾ ਕੇ ਮਾਮੂਰ ਹੁੰਦਾ ਹੈ। ਇਸ ਲਈ ਉਹਨੇ ਕਿਹਾ ਕਿ ਉਹ ਨਬੀ ਨਹੀਂ ਖਿਲਾ ਸਕਦਾ, ਮਜਾਜ਼ ਔਰ ਰੰਗ ਔਰ ਇਸਤਾਰੇ ਦੇ ਰੰਗ 'ਚ ਉਹਨੂੰ ਕਹਿ ਸਕਦੇ ਹਾਂ। ਔਰ ਇਹ वाली खिलाफत जड़ी मिस्तार और मजाद रंग थे तो उन्होंने कहा ये दिल्ली नबूवत है, क़यामत तक जारी है। तो वो एक सिलसिले की गल कर रहे हैं, है नहीं कि 1400 साल बाद एक आ गया फिर दरवाज़ा फिर घुट के बंद कर दिता, हुण किसी ने नहीं आना, हुण साडी गद्दी चलनी। ये वाला तसव्वुर मिर्ज़ा साहब का नहीं है ना, ये मिर्ज़ाई तसव्वुर है जिहड़ा किसी ने रब्बे दे विच किसी खुड च बह के बनाया। मैं क्या आयत इस्तिखलाफ मिर्जा साहब ने की कशीद किया है चौहान साहब? मिर्ज़ा साहब ने आयत इस्तिखलाफ समझो कि वो एक चाबी है जिहदे विच सारा कुछ निकल जाता है। ਉਹਦੇ 'ਚ ਇਹ ਵੀ ਹੈ ਕਿ हज़रत मुहम्मद सल्लल्लाहु अलैहि वसल्लम ਦੇ ਖੁਲਫਾ ਦਾ ਵਾਅਦਾ ਹੈ, ਔਰ ਉਹਦੇ 'ਚ ਇਹ ਵੀ ਦੱਸਿਆ ਕਿ ਉਹ ਖੁਲਫਾ ਕੈਸੇ ਹੋਣਗੇ, ਜੈਸੇ हज़रत मूसा अलैहि सलाम ਦੇ ਖੁਲਫਾ ਸੀ। ਔਰ ਉਹਦੇ ਵਿੱਚ ਜਦੋਂ ਉਹਨਾਂ ਨੇ ਇਹ ਮੁਸ਼ਾਬਤ ਦੇ ਦਿੱਤੀ ਅੱਲਾਹ ਤਾਲਾ ਨੇ, ਫਿਰ ਸਾਨੂੰ ਇਹ ਵੀ ਪਤਾ ਚੱਲ ਗਿਆ ਕਿ 14ਵੀਂ ਸਦੀ 'ਚ ਇੱਕ ਐਸਾ ਖਲੀਫਾ ਵੀ ਆਏਗਾ ਜਿਹਨੂੰ ਮਸੀਹ ਦਾ ਨਾਮ ਦਿੱਤਾ ਜਾਏਗਾ, ਉਹ ਖਾਤਮੁਲ ਖੁਲਫਾ ਹੋਏਗਾ। ਇਹ ਸਾਰੀਆਂ ਗੱਲਾਂ ਉਹਨਾਂ ਨੇ ਇਹਦੇ 'ਚੋਂ ਕੱਢੀਆਂ ਨੇ। हज़रत मुहम्मद सल्लल्लाहु अलैहि वसल्लम ਦੇ ਕਿਹੜੇ ਖਲੀਫੇ ਆਇਤ ਇਸतिखलाफ ਦੇ ਤਹਿਤ ਸਨ? ਉਹਨਾਂ ਦਾ ਤਾਂ ਇੱਕੋ ਹੀ ਖਲੀਫਾ ਸੀ ਮਿਰਜ਼ਾ ਸਾਹਿਬ ਨੂੰ ਬਤਾ ਕੇ, ਜੋ ਹਜ਼ਰਤ ਅਬੂ ਬਕਰ ਸੀ। ਔਰ ਉਹਦੇ ਬਾਅਦ ਫਿਰ ਰੂਹਾਨੀ ਖਿਲਾਫਤ ਦਾ ਦੌਰ ਹੈ ਜਿਹੜਾ ਦੂਸਰੀ ਸਦੀ ਹਿਜਰੀ ਤੋਂ ਸ਼ੁਰੂ ਹੋਇਆ, ਮੁਜੱਦਦੀਨ ਦਾ ਸਿਲਸਿਲਾ। ਔਰ ਉਹਨੂੰ ਉਹ ਖਿਲਾਫਤ ਇਸਲਾਮੀਆ ਮੁਹੰਮਦੀਆ ਕਹਿ ਰਹੇ ਨੇ, ਜਿਹਦੇ ਖੁਦ 13ਵੇਂ ਖਲੀਫਾ ਆਪਣੇ ਆਪ ਨੂੰ ਕਹਿ ਰਹੇ ਨੇ। यानी हजरत अबू बकर सदीक कल्ले ही खलीफा सन आयत इस्तिखलाफ के तहत? हाँ, हज़रत मुहम्मद सल्लल्लाहु अलैहि वसल्लम के बाद वो कल्ले ही सी। ਉਹਦੇ ਬਾਅਦ ਫਿਰ ਗੈਪ ਦੇ ਬਾਅਦ ਦੁਬਾਰਾ ਦੂਸਰੀ ਸਦੀ ਹਿਜਰੀ ਤੋਂ ਫਿਰ ਸ਼ੁਰੂ ਹੋਇਆ ਰੂਹਾਨੀ ਖਿਲਾਫਤ। फिर एक तो गिनती शुरू हुई फिर दोबारा? हाँ जी, सुभान अल्लाह, अल्हम्दुलिल्लाह। 13ਵੇਂ ਖਲੀਫਾ ਨੇ ਤੇ ਉਹਦੇ ਬਾਅਦ ਜਮਾਤ ਨੇ ਫਿਰ ਪਹਿਲੇ ਖਲੀਫਾ ਤੋਂ ਸ਼ੁਰੂ ਕਰ ਦਿੱਤਾ ਨਾ। हाँ, उन्होंने फिर नवे सिरे तो शुरू कर दिया। ਉਹ 13 ਪੂਰੇ ਕਰਕੇ ਫਿਰ ਪਹਿਲੇ ਤੋਂ ਸ਼ੁਰੂ ਹੋ ਕੇ 5 ਫਿਰ ਹੋ ਗਏ ਨੇ। हाँ, ਤੇ ਦੂਸਰੀ ਤਰਫ ਜਿਹੜਾ ਸਿਲਸਿਲਾ ਹਜ਼ਰਤ ਮੁਨੀਰ ਅਹਿਮਦ ਅਜ਼ੀਮ ਅਲੈਹਿਸਲਾਮ ਦਾ ਹੈ, ਉਹ ਖਿਲਾਫਤ ਨੂੰ 2 ਦਰਜੇ ਤੱਕ ਲੈ ਜਾਂਦੀ ਹੈ ਤੇ ਤੀਸਰਾ ਖਲੀਫਤੁल्लाह ਹੋ ਜਾਂਦਾ ਹੈ। नहीं, मुनीर अहमद अजीम साहब का तो कहना है कि वो मिर्ज़ा महमूद साहब दी बेइज्जत सानी ने। ਠੀਕ ਹੈ। तो मिर्ज़ा महमूद साहब की अपनी खिलाफत जी है वो भी अंडर डिस्कशन है, तो वो बेइज्जत सानी बना के जो बैठा है ਉਹਦੀ दसो की बुनियाद है। ਲੇਕਿਨ ਉਹ ਆਪਣੇ ਆਪ ਨੂੰ ਖਲੀਫਤੁल्लाह ਵੀ ਤਾਂ ਕਹਿੰਦੇ ਨੇ ਨਾ, ਇੱਕ ਨਬੂਵਤ ਦੇ। हाँ जी, हाँ जी, खलीफतुल्लाह कहते हैं, लेकिन वो कहते हैं मिर्ज़ा महमूद साहब की मैं बेइज्जत सानी हाँ, ਉਹਨਾਂ ਦਾ ਕਿਉਂਕਿ ਜਦੋਂ ਸ਼ੁਰੂ 'ਚ ਮੈਂ ਜੰਬਾ ਸਾਹਿਬ ਨੂੰ ਦੇਖਿਆ ਸੀ ਨਾ, ਤੇ ਮੈਨੂੰ ਖਿਆਲ ਆਇਆ ਕਿ ਕਿਆ ਕੋਈ ਹੋਰ ਲੋਕ ਵੀ ਨੇ ਜਿਨ੍ਹਾਂ ਨੇ ਦਾਅਵਾ ਕੀਤਾ। ਫਿਰ ਮੈਂ ਸੁਲਤਾਨੀ ਸਾਹਿਬ ਨੂੰ ਵੀ ਸਟੱਡੀ ਕੀਤਾ, ਮੁਨੀਰ ਅਹਿਮਦ ਅਜ਼ੀਮ ਨੂੰ ਵੀ ਸਟੱਡੀ ਕੀਤਾ, ਗਰੀਨ ਅਹਿਮਦੀਅਤ ਨੂੰ ਵੀ ਸਟੱਡੀ ਕੀਤਾ, ਲੇਕਿਨ ਉਹ ਮੁਨੀਰ ਅਹਿਮਦ ਅਜ਼ੀਮ ਸਾਹਿਬ ਦੇ ਵਿੱਚੋਂ ਨਿਕਲ ਗਏ ਕਿਉਂਕਿ ਉਹ ਕਹਿੰਦੇ ਨੇ ਮੈਂ ਮਿਰਜ਼ਾ ਮਹਿਮੂਦ ਸਾਹਿਬ ਦੀ ਬੇਇੱਜ਼ਤ ਸਾਨੀ ਹਾਂ। ਸੁਲਤਾਨੀ ਸਾਹਿਬ ਕਹਿੰਦੇ ਸੀ ਮੈਂ ਮੁਜੱਦਦ ਹਾਂ। ਹਾਂ, ਲੇਕਿਨ ਉਹ ਵੀ ਜਿਹੜੇ ਨੂੰ ਸਦੀ ਦੇ ਸਿਰ ਤੇ ਨਹੀਂ ਸੀ ਆਏ, ਔਰ ਹੈ ਕਿ ਉਹਨਾਂ ਦਾ ਕੰਮ ਵੀ ਹੋ ਗਿਆ। ਫਿਰ ਸੁਲਤਾਨੀ ਸਾਹਿਬ ਨੇ ਸਾਰਾ ਹੋਮਵਰਕ ਪੱਕਾ ਕੀਤਾ ਹੈ। ਉਹ ਕਹਿੰਦੇ ਮੈਂ ਮੁਕਾਮੇ ਨਬੂਵਤ ਤੇ ਵੀ ਫਾਇਜ਼ ਹਾਂ ਤੇ ਮੁਜੱਦਦ ਵੀ ਹਾਂ। ਮੁਕਾਮੇ ਨਬੂਵਤ ਤੇ ਫਾਇਜ਼ ਹੋਣ ਦਾ ਇਹ ਮਤਲਬ ਹੈ ਕਿ ਨਬੂਵਤ ਤੇ ਹੈ ਲੇਕਿਨ ਉਹਦੇ ਐਲਾਨ ਦੀ ਇਜਾਜ਼ਤ ਨਹੀਂ। ਅੱਛਾ, ਵਜ੍ਹਾ ਨਾਲ, ਕਿਉਂਕਿ ਉਹ ਖੁਦ ਵੀ ਬਹੁਤ ਬਤਾਈ ਹੈ। ਤੇ ਇੱਕ ਤਾਹਿਰ ਨਸੀਮ ਸੀ, ਉਹਦੇ ਨਾਲ ਤੇ ਮੇਰੀ ਬਹੁਤ ਡਿਸਕਸ਼ਨ ਹੁੰਦੀ ਰਹੀ ਸ਼ੁਰੂ ਦੇ ਵਿੱਚ, ਤੇ ਉਹ ਕਹਿਣ ਲੱਗਾ ਸੀ ਕਿ ਮੈਂ ਮਿਰਜ਼ਾ ਸਾਹਿਬ ਮੈਂ ਪਿਸਰੇ ਮਊਦ ਹਾਂ, ਯਾਨੀ ਉਹ ਜਿਹੜਾ ਮੁਸਲਿਮ ਮਊਦ ਦਾ ਦਾਅਵਾ ਕੀਤਾ ਸੀ ਮੈਂ ਉਹ ਹਾਂ। ਤੇ ਮੈਂ ਕਿਹਾ ਕਿ ਉਹ ਤੂੰ ਤੇ ਉਹਨਾਂ ਨੂੰ ਮਿਰਜ਼ਾ ਸਾਹਿਬ ਨੂੰ ਗਾਲਾਂ ਕੱਢੀਆਂ, ਤੇਰੀ ਵੀਡੀਓ ਸਾਡੇ ਕੋਲ ਮੌਜੂਦ ਹੈ। ਕਹਿੰਦਾ ਉਸ ਵੇਲੇ ਮੇਰਾ ਦਿਮਾਗ ਠੀਕ ਨਹੀਂ ਸੀ,
ਹਾਂ, ਤੇ ਉਹ ਮੈंने ਤਾਂ कहा ਹੁਣ ਕਿਵੇਂ ਪਤਾ ਚੱਲੇਗਾ ਕਿ ਉਸ ਵੇਲੇ ਠੀਕ ਨਹੀਂ ਸੀ ਕਿ ਹੁਣ ਠੀਕ ਨਹੀਂ। ਉਹ ਗਿੱਟੇ ਦੇ ਉੱਤੇ ਸੱਟ ਲੱਗਣ ਨਾਲ ਦਿਮਾਗ ਦੇ ਉੱਤੇ ਬੜਾ ਅਸਰ ਹੋਇਆ, ਤੇ ਹਾਂਜੀ ਹਾਂਜੀ ਬਿਲਕੁਲ। ਇਹ ਵੀ ਇੱਕ ਮਸਲਾ ਹੋ ਜਾਂਦਾ ਨਾ। ਮੈਂ ਕਿਹਾ ਕਦੀ ਹੋ ਸਕਦਾ ਜਿਸ ਤੂੰ ਆਪਣੇ ਆਪ ਨੂੰ ਰੂਹਾਨੀ ਬੇਟਾ ਕਹਿ ਰਿਹਾ ਹੈ ਉਹਨੂੰ ਤੂੰ ਦਜਾਲ ਕਦਾਬ ਕਹਿ ਰਿਹਾ, ਤੂੰ ਤੇਰੀ ਵੀਡੀਓ ਮੌਜੂਦ ਹੈ ਔਰ ਤੂੰ ਮੰਨਣਾ ਵੀ ਹੈ ਕਿ ਹਾਂ ਮੈਂ ਕਿਹਾ ਹੈ। ਆਹ, अच्छा हुसैन नायब नसीम ने किया जी, ਹਾਂਜੀ ਤਾਹਿਰ ਨਸੀਮ ਨੇ, ਹਾਂ अस्सलाम वालेकुम। ਜਿਰਗਾ ਦੇ ਵਿੱਚ ਉਹਨੂੰ ਜਦੋਂ ਜਿਰਗਾ 'ਚ ਪੇਸ਼ ਕੀਤਾ ਸੀ ਨਾ ਉਹਨੂੰ, ਉਹਦੇ 'ਚ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਹਦੇ ਕੋਲ ਕਵਾਈਆਂ ਨੇ, ਉਹ ਵੀਡੀਓ ਵੀ ਮੌਜੂਦ ਹੈ। ਪਸ਼ਤੋ ਦੇ ਵਿੱਚ ਹਾਂਜੀ ਪਸ਼ਤੋ ਦੇ ਵਿੱਚ। ਉਹਨਾਂ ਨੇ ਨਬੂਵਤ ਦਾ ਦਾਅਵਾ ਕੀਤੇ ਆਇਆ ਤੇ ਉਹ ਪਿਸ਼ਾਵਰ ਚਲੇ ਗਏ ਤੇ ਉਹਨਾਂ ਨੂੰ ਸ਼ਾਦੀ ਪੇਸ਼ ਆ ਗਈ। ਉਹਨਾਂ ਪਹਿਲਾਂ ਵਜ਼ੂ ਬਣਾਇਆ, ਫਿਰ ਸ਼ਾਦੀ ਬਣਾਈ, ਤੇ ਸ਼ਾਦੀ ਬਣਾ ਕੇ ਉਹਨਾਂ ਆਪਣੀ ਬੀਵੀ ਨੂੰ ਦੱਸਿਆ ਵੀ ਤੈਨੂੰ ਪਤਾ ਵੀ ਮੈਂ ਨਬੀ ਵੀ ਆਇਆ। ਉਹਨੇ ਲਾਲੇ ਨੂੰ ਦੱਸ ਦਿੱਤਾ, ਲਾਲੇ ਨੇ ਜਿਰਗਾ ਬੁਲਾ ਲਿਆ। अच्छा सारे ने बुलाया है। ਪਿਸ਼ਾਵਰ ਚ ਨਬੂਵਤ ਦਾ ਦਾਅਵਾ ਜਾ ਕੇ ਕਰਨਾ ਕੋਈ ਸੌਖਾ ਉੱਥੇ ਤੇ ਬੰਦੇ ਨੂੰ ਆਪਣਾ ਉਂਝ ਹੀ ਦਾਅਵਾ ਕਰਨਾ ਮੈਂ ਫਲਾਣਾ, ਉਹ ਮੁਸ਼ਕਿਲ ਹੈ। ਨਬੀ ਵਾਲਾ ਉਹ ਤੇ ਵੈਸੇ ਹੀ ਲੋ ਪ੍ਰੋਫਾਈਲ 'ਚ ਰਹਿਣਾ ਚਾਹੀਦਾ ਇਨਸਾਨ। ਉਹ ਵੀ ਜਦੋਂ ਜਿਰਗਾ ਇਕੱਠਾ ਹੋਇਆ ਤੇ ਉਹਨਾਂ ਪਛਤੋ ਹੀ ਸਾਰੀ ਗੁਫ਼ਤਗੂ ਉਹਦੇ ਤੋਂ ਉਹਨਾਂ ਦੀ ਪਸ਼ੇਮਾਨੀ ਤੇ ਸਮਝ ਆ ਰਹੀ ਹੈ। ਕਿਸੇ ਨੇ ਉਹਦਾ ਉਰਦੂ ਵਿੱਚ ਤਰਜਮਾ ਵੀ ਸ਼ਾਇਦ ਕੀਤਾ। ਉਹ ਫਿਰ ਜਿਵੇਂ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਜੋ ਇਹ ਕੰਮ ਕੀਤਾ, ਗਾਲਾਂ ਕੱਢ ਕੇ ਤੇ ਜਾਨ ਛੁਡਾ ਕੇ ਆ ਗਏ ਉੱਥੋਂ, ਇਹ ਕਿਉਂ ਕੀਤਾ? ਕਹਿਣ ਲੱਗੇ ਅਸਲ ਵਿੱਚ ਉਸ ਵਕਤ ਮੈਨੂੰ ਜਿਹੜਾ ਹੈ ਉਹ ਕੁਛ ਦਿਮਾਗੀ ਹੋ ਗਿਆ ਮਸਲਾ, ਸੱਟ ਲੱਗਣ ਦੀ ਵਜ੍ਹਾ ਨਾਲ। ਤੇ ਪੁੱਛਿਆ ਸੱਟ ਕਦੋਂ ਲੱਗੀ? ਕਹਿਣ ਲੱਗੇ ਬਚਪਨ ਵਿੱਚ ਲੱਗੀ। ਬਿਲਕੁਲ। ਕਿੱਥੇ ਲੱਗੀ? ਕਹਿਣ ਲੱਗੇ ਗਿੱਟੇ ਤੇ। ਮਤਲਬ ਐਸੇ ਵਾਕਿਆਤ। ਅਕਸਰ ਲੋਕਾਂ ਨੂੰ ਸੱਟ ਲੱਗੀ ਹੁੰਦੀ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਨਾ। ਹਾਂਜੀ, ਅਕਸਰ ਲੋਕਾਂ ਨੂੰ ਸੱਟ ਵੱਜੀ ਹੁੰਦੀ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਜਾ ਇਹ ਗੱਲਾਂ ਜਿਹੜੀਆਂ ਨੇ, ਅੱਛਾ ਉਹਨਾਂ ਦਾ ਇੱਕ ਹੋਰ ਬੜਾ ਦਾਅਵਾ ਕਮਾਲ ਦਾ ਆ। ਉਹ ਕੁਰਾਨ ਕਰੀਮ ਦੀ ਜਿਹੜੀ ਆਇਤ ਹੈ ਨਾ, ਕਮ ਮਿਨ ਫਿਅਤਿਨ ਕਲੀਲਤਿਨ ਗਲਬਤਿਨ ਕਸੀਰਤਿਨ ਬਿਇਜ਼ਨਿल्लाह, ਉਹਦੇ ਵੀ ਮਿਸਦਾਕ ਹੈ। ਉਹ ਕਹਿੰਦੇ ਦੇਖੋ ਥੋੜੇ ਜਿਹੜੇ ਨੇ ਸਚਾਈ ਉਹਨਾਂ ਚ ਹੁੰਦੀ ਹੈ। ਕਲੀਲਮ ਮਾ ਯੂਮਿਨੂਨ, ਮੇਰੇ ਤੋਂ ਘੱਟ ਕੋਈ ਜਮਾਤ ਦੱਸੋ ਤੁਸੀਂ ਦੁਨੀਆ 'ਚ। ਤੇ ਬੜੀ ਮਜ਼ਬੂਤ ਦਲੀਲ ਵਾਕਈ। ਯਾਨੀ ਜਿਸ ਜਮਾਤ ਦਾ ਸਿਰਫ ਇੱਕ ਬੰਦਾ ਹੈ, ਉਸ ਤੋਂ ਵੀ ਕੋਈ ਕਲੀਲ ਹੋ ਸਕਦਾ ਹੈ। ਉਸ ਤੋਂ ਘੱਟ ਦੱਸੇ ਨਹੀਂ ਜਾ ਸਕਦਾ। ਬਿਲਕੁਲ। ਫਿਰ ਉਹਨਾਂ ਨੂੰ ਖਿਆਲ ਤਬਲੀਗੇ ਦਾਵਤ ਲੱਲਾ ਦਾ ਸ਼ੌਕ ਵੀ ਬੜਾ ਰੱਖਦੇ। ਹਾਂਜੀ। ਇਹ ਜਿਹੜੇ ਸਾਡੇ ਤਾਹਿਰ ਖਾਨ ਨੇ ਨਾ, ਇਹਨਾਂ ਦੇ ਖਾਲਦਤ ਭਾਈ ਦੇ ਸਕੇ ਸਾਲੇ ਨੇ। ਅੱਛਾ, ਹਾਂ, ਇਹ ਨਹੀਂ ਸੀ ਮੈਨੂੰ ਪਤਾ ਹੈ। ਤੁਹਾਡੇ ਕੋਲ ਇਨਫੋਰਮੇਸ਼ਨ ਕਾਫੀ ਇਸ ਤਰ੍ਹਾਂ ਦੀ। ਜਾ ਉਹਨਾਂ ਦੇ ਭਾਈ ਇੱਕ ਜਾਦੀਏ ਚ ਵੀ ਹੈ ਨੇ, ਇਹ 4 ਸੱਦੇ ਦੇ ਨੇ। ਤੇ ਉਹ ਫਿਰ ਉਹਨਾਂ ਨੂੰ ਪਤਾ ਨਹੀਂ ਕੀ ਬਦਕਿਸਮਤੀ ਜਿਹੜੀ ਹੈ ਉੱਥੇ ਲੈ ਗਈ। ਫੇਸਬੁੱਕ ਤੇ ਉਹ ਤਬਲੀਗਾਂ ਤੇ ਕਰਦੇ ਹੀ ਹੈ। ਉੱਥੇ ਕਿਸੇ ਨੇ ਸ਼ਿਕਾਇਤ ਕਰਕੇ ਉਹਨਾਂ ਤੇ ਕੇਸ ਕਰ ਦਿੱਤਾ। ਇੱਕ ਪੇਸ਼ੀ ਤੇ ਗਏ ਤੇ ਕਿਸੇ ਮੁਜਾਹਿਦ ਨੇ ਉਹਨਾਂ ਨੂੰ ਸ਼ਹੀਦ ਕਰ ਕਤਾ ਵਤੀਨ ਕਰਤੀ ਉਹਨਾਂ ਦੀ। ਕਤਾ ਵਤੀਨ ਕਰ ਦਿੱਤੀ। ਫਿਰ ਉਹਨਾਂ ਦਾ ਜਨਾਜ਼ਾ ਇੱਥੇ ਆਇਆ ਹੈ ਸ਼ਿਕਾਗੋ, ਤੇ ਇੱਥੇ ਤਦਫੀਨ ਹੋਈ ਹੈ। ਅੱਛਾ। ਤੇ ਗ੍ਰੀਨ ਅਹਿਮਦੀਅਤ ਜਿਹੜੇ ਨੇ ਉਹ ਵੀ ਢਿੱਲੇ ਮੱਠੇ ਪੈ ਗਏ ਨੇ। ਉਹ ਅਸਲ ਵਿੱਚ ਮੀਆਂ ਰਫੀ ਅਹਿਮਦ ਸਾਹਿਬ ਦੇ ਜ਼ਮਾਨੇ ਦੇ ਕਾਇਦ ਨੇ। ਉਹ ਕਾਇਦ ਖੁਦਾਵੰਦ। लेकिन उन्होंने तो खैर शुरू से किया है कि मेरा कोई दावा नहीं है, ना मैं कोई जमात बना रहे हैं, सिर्फ उन्होंने एक अपना पॉइंट पेश किया। ਦੋ ਹੀ ਕੰਮ ਕੀਤੇ ਨੇ ਉਹਨਾਂ ਨੇ। ਉਹਨਾਂ ਨੇ ਆਪਣਾ, मैं तो उन्होंने लिटरेचर पढ़िया है। ਉਹਨਾਂ ਨੇ ਜਿਹੜਾ ਮਨਸਬ ਆਪਣਾ ਦੱਸਿਆ ਉਹ ਹੈ ਮੁਤਮਦ ਅਯੂਬ ਅਹਿਮਦੀਅਤ व महमूद सानी। ਉਹ ਅਯੂਬ ਅਹਿਮਦੀਅਤ ਕਰਾਰ ਦਿੰਦੇ ਨੇ ਮੀਆਂ ਰਫੀ ਅਹਿਮਦ ਸਾਹਿਬ ਨੂੰ। जी ਔਰ जी ਮੀਆਂ बिल्कुल। ਰਫੀ ਅਹਿਮਦ ਸਾਹਿਬ ਦਾ ਦਰਜਾ ਜਿਹੜਾ ਉਹ ਨਬੂਵਤ ਦਾ ਹੈ, ਮੁਜੱਦੀਅਤ ਔਰ ਨਬੂਵਤ ਦਾ। हाँ ਔਰ बिल्कुल ਉਹਨਾਂ ਦੇ ਚੂੰਕਿ ਮੁਤਮਿਦ ਨੇ ਤੇ ਇਸ ਕਰਕੇ ਉਹਨਾਂ ਦੇ ਨਾਇਬ ਸਲਤਨਤ ਨੇ। ਤੇ बिल्कुल। महमूद सानी ਇਸ ਵਾਸਤੇ ਨੇ ਕਿ ਇਹ ਵੀ ਉਹਨਾਂ ਦਾ ਪਰਤੌ ਨੇ ਖਲੀਫਾ ਸਾਨੀ ਦਾ।
ਜਿਸ क्योंकि ਤਰ੍ਹਾਂ मिर्जा महमूद साहब ने खुद लिखा हुआ है कि एक वक्त में मैं खुदा तला मुझे दोबारा भेजेगा। ਹਾਂ ਤੇ ਉਹ ਤੇ ਉਹਨਾਂ ਦੀ ਮੁਨੀਰ ਅਹਿਮਦ ਅਜ਼ੀਮ ਸਾਹਿਬ ਦੀ ਵੀ ਬੁਨਿਆਦ ਉਹੀ ਉਹਨਾਂ ਦਾ ਦਾਵਾ ਹੈ। ਬੇਸਤਸਾਨੀ ਹੈ ਉਹਨਾਂ ਜੀ ਦੀ। ਹਾਂਜੀ ਹਾਂਜੀ। ਤੇ ਇਹਨਾਂ ਦੇ ਫਿਰ ਦੂਸਰੇ ਸਾਥੀ ਜਿਹੜੇ ਨੇ ਉਹ ਹੈ ਅਤਾਉੱਲਾ ਜ਼ਿਆ, ਉਹ ਬੇਲਾਰਸ ਟਰੈਕਟਰਾਂ ਦੀ ਏਜੰਸੀ ਉਹਨਾਂ ਦੀ, ਪਤਾ ਨਹੀਂ ਆਇਆ ਨੇ ਕਿ ਫੌਤ ਹੋ ਗਏ ਨੇ। ਉਹਨਾਂ ਨੇ ਲਿਖਿਆ ਉਹਨਾਂ ਦੀ ਬੈਤ ਨਹੀਂ ਕਬੂਲ ਕੀਤੀ ਖਲੀਫਾ ਰਾਬੇ ਨੇ। नहीं ताउल्ला ज़्यादा तो कोई ऐसा दावा नहीं होते, बिजनेसमैन सी और अच्छा सी। ਹਾਂਜੀ उन्होंने ਤੁਸੀਂ ਇਸ ਕੈਟਾਗਰੀ 'ਚ ਕਿਉਂ ਲਿਆ ਰਹੇ ਹੋ? ਬਿਜ਼ਨਸਮੈਨ ਸੀ ਔਰ ਕਾਮਯਾਬ ਬਿਜ਼ਨਸਮੈਨ ਸੀ, ਪ੍ਰੈਕਟੀਕਲ ਆਦਮੀ ਸੀ। ਨਹੀਂ, ਮੈਂ ਉਹਨਾਂ ਦੇ ਕੋਈ ਦਾਅਵੇ ਦੀ ਗੱਲ ਨਹੀਂ, ਮੈਂ ਕੋਈ ਉਹਨਾਂ ਦਾਅਵੇ ਦੀ ਗੱਲ ਨਹੀਂ ਕਰ ਰਿਹਾ। ਉਹਨਾਂ ਦਾ ਮਤਲਬ ਉਹ ਤੁਸੀਂ ਜਿਹੜਾ ਗ੍ਰੀਨ ਅਹਿਮਦੀਅਤ ਦਾ ਉਹ ਹਿੱਸਾ ਹੈ, ਉਹਦੇ ਵਿੱਚ ਉਹਨਾਂ ਦਾ ਖਤ ਛਪੇ ਆ। ਤੁਸੀਂ ਆਪਣੀ ਵਕਾਲਤ ਤੇ ਫੋਕਸ ਕਰੋ, ਹੀ ਬਿਹਤਰ ਹੈ। ਨਹੀਂ ਮਤਲਬ ਇਹ ਖਤ ਨਹੀਂ ਹੈ, ਤੁਸੀਂ ਸਮਝਦੇ ਹੋ ਜਿਹੜਾ ਖਤ ਦੇ ਵਿੱਚ ਉਹਨੇ ਦੱਸਿਆ ਕਿ ਉਹਨਾਂ ਦੇ ਮੁਰੀਦ ਸਾਥੀ ਸੀ ਨਾ ਉਹਨਾਂ ਦੇ। ਹਾਂ ਸਾਥੀ ਹੈ ਇਹਨਾਂ ਦੇ। ਉਹਨਾਂ ਨੇ ਕਿਹਾ ਹੈ ਕਿ ਮੇਰੀ ਖਲੀਫਾ ਰਾਬੇ ਨੇ ਬੈਤ ਨਾ ਲੈ ਕੇ ਮੈਨੂੰ ਮੇਰੇ ਬੱਚਿਆਂ ਦੇ ਸਾਹਮਣੇ ਸ਼ਰਮਸਾਰ ਕੀਤਾ ਹੈ, ਤੇ ਮੇਰਾ ਹੱਥ ਤੁਹਾਡੇ ਕਿਆਮਤ ਦੇ ਦਿਨ ਮੇਰਾ ਹੱਥ ਤੁਹਾਡੇ ਗਰੀਬਾਨ ਤੇ ਹੋਏਗਾ। ਤੇ ਖਲੀਫਾ ਰਾਬੇ ਨੇ ਉਹਨਾਂ ਨੂੰ ਜਵਾਬ ਦਿੱਤਾ, ਉਹ ਵੀ ਛਾਪਿਆ ਉਹਨਾਂ ਨੇ। ਉਹਨਾਂ ਕਿਹਾ ਬਿਲਕੁਲ ਠੀਕ ਹੈ, ਤੁਸੀਂ ਬੇਸ਼ੱਕ ਮੇਰੇ ਗਰੀਬਾਨ ਤੇ ਹੱਥ ਪਾ ਲਵਿਓ। ਤੇ ਉਹ ਹੁਣ ਖਲੀਫਾ ਰਾਬੇ ਦੀ ਵਫਾਤ ਦੇ ਬਾਅਦ ਉਹਨਾਂ ਨੇ ਖਤ ਛਾਪਿਆ, ਤੇ ਗਰੀਬਾਨ ਦੇ ਉੱਤੇ ਹੱਥ ਪਾਉਣ ਵਾਸਤੇ ਇਹਨਾਂ ਦਾ ਆਪਣਾ ਫੌਤ ਹੋਣਾ ਵੀ ਤੇ ਸ਼ਰਤ ਹੈ ਨਾ, ਤੇ ਫੌਤ ਹੋਣ ਤੋਂ ਹੱਥ ਪਾਣ ਬਿਲਕੁਲ। ਕਿਆਮਤ ਦੇ ਦਿਨ ਗਰੀਬਾਨ ਤੇ ਹੱਥ ਪਾਣਾ ਹੈ ਤੇ ਪਹਿਲੇ ਫੌਤ ਹੋ ਕੇ ਦੱਸੋ ਤੇ ਫੇਰ ਹੋਏਗਾ ਨਾ। ਇਹ ਉਹਨਾਂ ਸਹੀ ਗੱਲ। ਹਾਂ ਬੜਾ ਜੀ ਕਿਹਦਾ ਹੱਥ ਤੇ ਕਿਹਦਾ ਗਿਰੇਬਾਨ ਹੋਏਗਾ, ਵੱਲਾਹੁ ਆਲਮ। ਹਾਂ ਉਹ ਤੇ ਅੱਲਾ ਹੀ ਬਿਹਤਰ ਜਾਣਦਾ। ਬਿਲਕੁਲ। ਅੱਜ ਸਵੇਰੇ ਸੀ ਉਹ ਵੈਸ ਸਾਹਿਬ ਨੇ ਇੱਕ ਤੇ ਉਹਨਾਂ ਦੀ ਬਰਾੜ ਦੇ ਉੱਤੇ ਪੇ ਹਿਸਾਬ ਪੇ ਲਾਉਂਦੇ ਆਏ, ਤਾਦਾਦ ਪੇ ਪੜ੍ਹਦੇ ਆਏ। 3 ਅਗਸਤ 2005 ਦਾ ਅਲ ਫਜ਼ਲ ਅਖਬਾਰ ਹੈ, ਬੁੱਧ ਵਾਲੇ ਦਿਨ ਦਾ। ਜੀ ਉਹਦੇ ਚ ਲਿਖਿਆ ਹੈ ਵੀ 1993 ਚ 1 ਲੱਖ ਬੈਤ ਸੀ, ਅੱਛਾ 94 ਚ 2 ਲੱਖ ਹੋ ਗਈ, 95 ਚ 4 ਲੱਖ ਹੋ ਗਈ, 96 ਚ 8 ਲੱਖ ਹੋ ਗਈ। ਨਹੀਂ ਇਹ ਕਿਸੇ ਦੱਸਣ ਵਾਲੇ ਨੇ ਗਲਤ ਦੱਸਿਆ ਹੈ। ਜਿਹੜੀ ਪਹਿਲੇ ਸਾਲ ਬੈਤ ਹੋਈ ਹੈ ਉਹ 2 ਲੱਖ ਹੀ ਹੈ, ਔਰ ਦੂਸਰੇ ਸਾਲ 4 ਲੱਖ ਹੈ, ਔਰ ਇਸੇ ਸੀਕੁਐਂਸ ਵਿੱਚ 2 4 8 ਤੇ 16 ਹਾਂ ਇਸ ਤਰ੍ਹਾਂ ਚੱਲਦੀ ਰਹੀ ਹੈ। 16 ਫਿਰ 30 ਫਿਰ 50 ਫਿਰ ਕਰੋੜ, ਫਿਰ 2 ਕਰੋੜ ਫਿਰ 4 ਕਰੋੜ ਫਿਰ 8 ਕਰੋੜ 8 ਕਰੋੜ ਫਿਰ 20 ਕਰੋੜ ਨਹੀਂ 20 ਕਰੋੜ ਦਾ ਸਾਲ ਕੋ ਨਹੀਂ ਆਇਆ। 8 ਕਰੋੜ ਵਿੱਚੋਂ 4 ਕਰੋੜ ਜਿਹੜੇ ਨੇ ਉਹ ਇੰਡੀਆ ਦੇ ਇੱਕੋ ਸਾਲ ਵਿੱਚ। ਹਾਂਜੀ ਇਹ ਜਿਹੜੇ 2 ਬੜੇ ਬੈਤਾਂ ਦੇ ਸਾਨਿਆਤ ਹੋਏ ਨਾ, ਸਾਨਿਆਤ ਦੇ ਬੈਤ, ਇੱਕ 4 ਕਰੋੜ ਇੰਡੀਆ 'ਚ ਹੋ ਜਾਣਾ ਇੱਕ ਸਾਲ ਵਿੱਚ, ਤੇ 45,000 ਅਲਬਾਨੀਆ ਦੇ ਵਿੱਚ ਇੱਕੋ ਹੀ ਬੰਦੇ ਦੇ ਜ਼ਰੀਏ ਹੋ ਜਾਣਾ। ਉਹ ਖੁਦ ਅਹਿਮਦੀ ਹੋਇਆ, ਉਸੇ ਸਾਲ ਸਵੀਡਨ ਤੋਂ ਵਾਪਸ ਗਿਆ, ਜਾ ਕੇ 45,000 ਬੈਤ ਕਰਕੇ ਲੈ ਕੇ ਤੇ ਸਿੱਧਾ ਲੰਦਨ ਪਹੁੰਚ ਗਿਆ। ਸੁਭਾਨ ਅੱਲਾਹ। ਇਹ ਉਹ ਸਟੇਜ ਤੇ ਪੇਸ਼ ਹੋ ਗਿਆ, ਉਹਨਾਂ ਦੱਸ ਦਿੱਤਾ ਕਿ ਇਹ ਦੋ ਜੀ ਇਹ ਬੰਦਾ ਉੱਥੇ ਗਿਆ ਹੈ। ਮਿਰਜ਼ਾ ਤਾਹਿਰ ਸਾਹਿਬ ਨੇ ਲਾਨਤ ਅੱਲਾਹ ਅਲ ਕਾਜ਼ਿਬੀਨ ਵੀ ਕਿਹਾ ਸੀ। ਉਹੀ ਮੈਂ ਦੱਸਣ ਲੱਗਾ ਕਿ ਇਹ ਗੱਲ ਬਿਲਕੁਲ ਝੂਠ ਹੈ। ਬਈ ਉਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਗਿਰੇਬਾਨ ਹੋਏਗਾ ਤੇ ਹੱਥ ਹੋਏਗਾ, ਤੇ ਇਹ ਜਿਹੜੀ ਲਾਨਤ ਵਾਲੀ ਹਲਫ ਮੁਅੱਕਦ ਬਾਜ਼ਾਬ ਇਹਨੂੰ ਕਹਿੰਦੇ ਨੇ। ਕਿ ਕਿਸੇ ਬੰਦੇ ਨੇ, ਰਾਵਲਪਿੰਡੀ ਦਾ ਬੰਦਾ ਸੀ, ਤੇ ਉਹਨਾਂ ਕਿਹਾ ਵੀ ਇਹ ਬੈਤਾਂ ਵਾਲੀ ਜਿਹੜੀ ਗੱਲ ਹੈ ਠੀਕ ਨਹੀਂ ਹੈ, ਇਹ ਜਿਹੜੀਆਂ ਤੁਸੀਂ ਦੱਸਦੇ ਹੋ ਨਾ ਵੀ ਇੰਨੀਆਂ ਬੈਤਾਂ ਨਹੀਂ ਹੈ। ਤੇ ਉਹਨਾਂ ਨੇ ਆਖਿਆ ਵੀ ਬੰਦਾ ਮੈਨੂੰ ਇੰਝ ਆਖਦਾ ਪਿਆ, ਤੇ ਮੈਂ ਉਹਦੇ ਜਵਾਬ 'ਚ ਆਨਾ, ਕਸਮ ਖਾ ਕੇ ਆਨਾ ਕਿ ਇਹ ਸੱਚੀਆਂ ਨੇ ਬੈਤਾਂ, ਇਹ ਝੂਠ ਨਹੀਂ ਹੈ। ਔਰ ਅਗਰ ਝੂਠ ਹੋਣ ਤਾਂ ਲਾਨਤ ਅੱਲਾਹ ਅਲ ਕਾਜ਼ਿਬੀਨ, ਜਿਹੜਾ ਝੂਠਾ ਉਹਦੇ ਤੇ ਅੱਲਾਹ ਦੀ ਲਾਨਤ ਹੋ। ਇਹਨੂੰ ਕਹਿੰਦੇ ਨੇ ਹਲਫ ਮੁਅੱਕਦ ਬਾਜ਼ਾਬ। ਮਿਰਜ਼ਾ ਸਾਹਿਬ ਨੂੰ ਲਿਖਿਆ ਸੀ ਜਦੋਂ ਇਹਨਾਂ ਨੇ
ਜਾਮੇ ਆਤਮ ਚ ਲਿਖਿਆ ਨਾ, ਆ ਜ਼ੈਤਨੀ ਖੁਬਸਨ ਫਲਸਤ ਬਿਸਾਦਕਿਨ ਇਲਮ ਤਮੁਤ ਬਿਲ ਖਿਜ਼ਯ ਯਾ ਇਬਨੁਲ ਬਗਾ, ਸਾਦੁल्ला ਲੁਧਿਆਣਵੀ ਨੂੰ। ਤੇ ਮੌਲਾਨਾ ਸਨਾਉल्ला ਅੰਮ੍ਰਿਤਸਰੀ ਨੇ ਆਖਿਆ ਵੀ ਮਿਰਜ਼ਾ ਸਾਹਿਬ ਕਿਆਮਤ ਵਾਲੇ ਦਿਨ ਸਾਦੁल्ला ਲੁਧਿਆਣਵੀ ਦੀ ਮਾਂ ਦਾ ਹੱਥ ਹੋਏਗਾ ਤੇ ਤੁਹਾਡਾ ਗਿਰਬਾਨ ਹੋਏਗਾ, ਕਿਉਂਕਿ ਸਾਦੁल्ला ਲੁਧਿਆਣਵੀ ਤੁਹਾਡੇ ਬਾਰੇ ਮਾੜਾ ਚੰਗਾ ਬੋਲਿਆ ਹੈ, ਜੋ ਵੀ ਨਜ਼ਮਾਂ ਲਿਖੀਆਂ ਨੇ, ਸ਼ੇਰ ਲਿਖੇ ਨੇ। ਤੁਸੀਂ ਸਾਦੁल्ला ਲੁਧਿਆਣਵੀ ਨੂੰ ਜੋ ਮਰਜ਼ੀ ਕਹੋ, ਉਹ ਤੁਹਾਡਾ ਕਸੂਰਵਾਰ ਹੈ ਜਾਂ ਤੁਸੀਂ ਉਹਦੇ ਕਸੂਰਵਾਰ ਹੋ, ਲੇਕਿਨ ਉਹਦੀ ਮਾਂ ਦਾ ਤਾਂ ਕੋਈ ਕਸੂਰ ਨਹੀਂ ਨਾ। लेकिन मैं हैरान हूं ना कि मौलाना अमृतसरी ਨੂੰ इतनी समझ ਸੀ ਕਿ ਅਗਰ ਕਿਸੇ ਨੂੰ ਹਰਾਮਜ਼ਾਦਾ ਕਿਹਾ ਜਾਏ ਤਾਂ ਮਤਲਬ ਉਹਦੇ ਨਹੀਂ ਹੈ ਕਿ ਤੁਸੀਂ ਗਵਾਹ ਹੋ ਇਸ ਚੀਜ਼ ਦੇ ਕੋਈ ਮਾਂ ਨੇ ਤਾਂ ਨਾ ਕੀਤਾ ਸੀ, ਬਲਕਿ ਇਹ ਤੇ ਇੱਕ ਰਵੱਈਆ ਹੈ। ਜਿਵੇਂ ਕਿਸੇ ਨੂੰ ਮੁਖੰਨਸ ਕਿਹਾ ਜਾਏ, ਉਹ ਇੱਕ ਰਵੱਈਆ ਹੈ। ਹੁਣ ਜਾ ਕੇ ਕਿਸੇ ਨੇ ਮੈਡੀਕਲ ਚੈੱਕਅਪ ਤੇ ਕਿਸੇ ਦਾ नहीं ना कराया। वो मिर्ज़ा साहब कहने मैदान में निकलना किसी मुखन्नस का ना काम नहीं। ਇਹਦਾ ਮਤਲਬ ਮਿਰਜ਼ਾ ਸਾਹਿਬ ਨੇ ਆਪਣੇ ਮੁਖਾਲਫਿਨ ਦੇ ਸਾਰਿਆਂ ਨੂੰ ਚੈੱਕ ਕੀਤਾ ਸੀ ਸ਼ਲਵਾਰਾਂ ਲਾ ਕੇ। ਨਹੀਂ, ਇਹ ਇੱਕ ਮੁਹਾਵਰਾ ਹੈ, ਰਵੱਈਆ ਤੁਹਾਡਾ ਦੱਸਦਾ। ਤੇ ਜਿਹੜੇ ਅੰਮ੍ਰਿਤਸਰੀ ਸਾਹਿਬ ਨੂੰ ਇਹ ਗੱਲ ਨਹੀਂ ਸੀ ਸਮਝ, ਅੱਛੇ ਖਾਸੇ ਉਹ ਪੜ੍ਹੇ ਲਿਖੇ ਸੀ, ਕਿ ਵੀ ਜਦੋਂ ਉਹ ਇਬਨੁਲ ਬਗਾ ਕਹਿ ਰਹੇ ਨੇ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਜਾ ਕੇ ਚੈੱਕ ਕੀਤਾ ਹੈ, ਮੌਜੂਦ ਸੀ ਉਸ ਵੇਲੇ ਜਿਸ ਵੇਲੇ ਉਹਦੀ ਮਾਂ ਨਾ ਕਰ ਰਹੀ ਸੀ, ਬਲਕਿ ਇਹ ਉਹਦੇ ਰਵੱਈਏ ਦੇ ਮੁਤਲਕ ਕਰ ਰਹੇ ਨੇ। ਉਹਦਾ ਰਵੱਈਆ ਇਸ ਤਰ੍ਹਾਂ ਦਾ ਹੈ कि जिस तरह मिर्जा साहब ने क्या है, हरामजादे की निशानी है कि सीधी राह अख्तियार न करे और बेइंसाफी की राहों से प्यार करे। तो ਇਹਦਾ ਮਤਲਬ ਇਹ ਤੇ ਨਹੀਂ ਕਿ ਉਹ ਹਰ ਇੱਕ ਨੇ ਜ਼ਨਾ ਕੀਤਾ ਉਹਦੀ ਮਾਂ ਨੇ। ਸੁਹਾਨ ਸਾਹਿਬ ਗੱਲ ਇਹ ਹੈ, ਇਹ ਲਫ਼ਜ਼ ਜਿਹੜੇ ਨੇ, ਇਹ ਜਿਹੜਾ ਮਹਿਨਾ ਦਿੰਦੇ ਨੇ ਨਾ, ਉਹ ਜਾ ਕੇ ਇਲਜ਼ਾਮ ਕਿਹਦੇ ਤੇ ਪੈਂਦਾ ਹੈ? ਜਦੋਂ ਤੁਸੀਂ ਅੱਗੇ ਅੱਧਾ ਘੰਟਾ ਪਹਿਲੇ ਜਿਨ੍ਹਾਂ ਨੂੰ ਪਿਆਂਦੇ ਸੋ ਨਾ ਹਰਾਮਜ਼ਾਦੇ ਨੇ, ਤੇ ਮੈਂ ਤੁਹਾਨੂੰ ਪਿਆਂਦਾ ਸੀ ਵੀ ਇਹ ਪਤਾ ਜੇ ਇਲਜ਼ਾਮ ਕਿਹਦੇ ਤੇ ਪਿਆ ਲੱਗਦਾ ਹੈ। ਇਸ ਗੱਲੇ ਕਰਕੇ ਤੇ ਮੈਂ ਤੁਹਾਨੂੰ ਉਸੇ ਵੇਲੇ ਦੱਸਿਆ ਸੀ ਕਿ ਇਹ ਮਿਰਜ਼ਾ ਸਾਹਿਬ ਦੀ ਆਪਣੀ ਤਸ਼ਰੀਹ ਔਰ ਆਪਣੀ ਜਿਹੜੀ ਉਹਨਾਂ ਨੇ ਇਸਤਲਾਹ ਦਾ ਮਤਲਬ ਦੱਸਿਆ ਹੈ, ਉਸ ਹਿਸਾਬ ਨਾਲ ਮਿਰਜ਼ਾ ਸਾਹਿਬ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਮਿਰਜ਼ਾ ਸਾਹਿਬ ਮੌਜੂਦ ਸੀ ਜਿਸ ਵੇਲੇ ਉਸ ਬੰਦੇ ਦੀ ਮਾਂ ਜ਼ਨਾ ਕਰ ਰਹੀ ਸੀ ਤੇ ਉਹ ਗਵਾਹੀ ਦੇ ਰਹੇ ਨੇ। ਇਹ ਮਿਰਜ਼ਾ ਸਾਹਿਬ ਉਹਦੇ ਜਿਹੜਾ ਰਵੱਈਆ ਹੈ ਨਾ, ਉਹਦੀ ਗੱਲ ਕਰ ਰਹੇ ਨੇ। अच्छा वैसे सानी साहब ਔਰ ਇਹ ਹਰ ਬੰਦਾ ਜੇ ਇਲਮੁਲ ਕਲਾਮ ਤੋਂ ਥੋੜਾ ਵੀ ਉਹਨੂੰ ਅਕਲ ਹੈ, ਉਹ ਸਮਝ ਸਕਦਾ ਹੈ ਕਿ ਇਹ ਗੱਲਾਂ ਤੋਂ ਮੁਰਾਦ ਮੈਡੀਕਲੀ ਕਿਸੇ ਨੂੰ ਕਹਿਣਾ ਨਹੀਂ ਹੁੰਦਾ, ਬਲਕਿ ਉਹਦੇ ਰਵੱਈਏ ਨੂੰ ਮਤਲਬ ਬਿਆਨ ਕਰਨ ਦਾ ਇੱਕ ਤਰੀਕ ਹੈ। ਤੇ बेवकूफ़ी होगा कोई कहेगा, जिਵੇਂ मिर्जाई कहते हैं आपने मिर्जा मसरूर साहब की शलवार उतार के देखी है जो आपने मुखन्नस उनको कह रहे। तो मैं कहा मिर्जा साहब ने बाकी मुखालफिन दी शलवार उतार के देखी थी जो वो सारे कहते हैं मुखन्नस। भाई ये बात ही गलत है, ये तो एक रवैये की बात हो रही होती। ਇਹ ਮੈਂ ਪਿਆ ਕਹਿਣਾ ਕਿ ਰਵੱਈਆ ਅਗਰ ਮੇਰਾ ਜਾਂ ਤੁਹਾਡਾ ਬੁਰਾ ਹੋਵੇ ਨਾ, ਅਸੀਂ ਇੱਕ ਦੂਜੇ ਨੂੰ ਕੋਈ ਕੁੱਤਾ, ਬਿੱਲਾ, ਖੰਜ਼ੀਰ ਵਗੈਰਾ ਕਹਿ ਦੇਈਏ ਤੇ ਹੈ ਉਹ ਵੀ ਉਹੀ ਗੱਲ ਜਿਹੜਾ ਤੁਸੀਂ ਤੇ ਕਹਿੰਦੇ ਹੋ ਰਵੱਈਏ ਦੀ ਗੱਲ, ਲੇਕਿਨ ਇਹ ਸਾਡੇ ਤੱਕ ਰਵੇ ਦੀ ਨਾ। ਲੇਕਿਨ ਜਦੋਂ ਕਿਸੇ ਨੂੰ ਹਰਾਮਜ਼ਾਦਾ ਕਹੀਏ ਕਿ ਉਹ ਰਵੱਈਆ ਹੈ ਤੇ ਕਿਹਾ ਤੇ ਰਵੱਈਏ ਨੂੰ, ਲੇਕਿਨ ਉਹ ਗੱਲ ਉਹ ਤਾਂ ਟੁਰ ਜਾਂਦੀ ਹੈ ਨਾ। मगर ये तो टुर ते कोई करीम ने भी कहा है नादान ही होएगा जड़ा उतां ਨੂੰ ਉਹਦੇ ਲਈ ਟੁਰੇਗੀ, क्योंकि अगर ऐसी गल होंदी तो फिर मिर्जा साहब अल्फाज क्यों इस्तेमाल करते? यही तो मैं कह रहा हूँ कि ये बाबर नज़ीर साहब कुरान तक बात लेके जा रहे हैं, नाउज़ बिल्लाह। सब ये कुरान करीम ने भी कहा हुआ है, कुरान एक शख्स को कुरान करीम ने बकायदा कहा हुआ है। ये तो क्या मतलब है, ये फिर उसकी माँ इल्जाम लगाना चाहिए था। कुरान करीम ने एक शख्स को कहा है कि वो ज़नीन है। उसका जो मैंने गलत मैंने निकालने अच्छा असल में मैंने करना भी सूरह कलम आयत नंबर 9 से लेके 14 तक पढ़े। किस बंदे का नाम लिखा है कुरान करीम च? मेरे सवाल का लिखा हुआ नाम नहीं लिखा हुआ, लेकिन नाम नहीं लिखा। इसका मतलब बुराई का बता के, उसकी बुराई का बता के, उसका ये कह के कि जी वो इल्जाम बाजी करता है, उसको जलील भी कहा है, फिर उसको जनीम का है। और जनीम का मतलब होता है हरामज़ादा। ਜਿਹੜਾ ਬੰਦਾ ਇਹੋ ਜੀ ਗੱਲ ਕਰਦਾ ਉਹਨੂੰ ਕਿਹਾ ਨਾ, ਕਿਸੇ ਬੰਦੇ ਦਾ ਨਾਮ ਤੇ ਨਹੀਂ ਨਾ ਉਹਦੇ यही बात हज़रत मसीह मौद अलैहिस्सलाम ने की है। हाँ, उसके मुताबिक अल्लाह ताला ने फरमाया है, सादुल्ला लुधियानवी ਦਾ ਨਾਮ ਲਿਖਿਆ ਉੱਥੇ नहीं लिखा हुआ हजरत। लो जी एक मिनट ਜੇ ਮੈਂ ਵਹਾ ਦੇਵਾਂ ਨਾ ਕੱਢ ਕੇ ਤੇ लो जी, चले ठीक है, दिखा दें। मैं ये कर रहा हूँ, खामोश हो जाओ लिखा हुआ है भाई, ऐसे काम नहीं वहा देना, इतना जोश है $1000 भी लगा दोगे, और लिखा हुआ है सादुल्ला लिखा हुआ है। ए लो जी मैं कट के वहां लगा।
جی جی دکھائیں. حسینی بھائی جی جی یونس گور شاہد صاحب دا کوئی اور فرمان بھی سنا دیا کرو تاکہ غیر احمدیت دی گور شاہی کڈو ہاں جی میں سنا اینی صاحب گور شاہی کڈو باہر. اے آ گیا. ذرا حوالہ دیکھ لو پھر میں گوہر شاہی صاحب دا پیغام سنا. اے نکلے والا 11ویں جلد ہے تے 281 صفحہ کھولو ہم لایا کسی کو کہ میں ایتھوں کیمران کر کے بہاواں. نہیں پڑھ کے سنا دیں بس. پڑھ کے سنا دیں. اس پہ تبادلہ کیا کریں اشراق بھائی. یہ حاشیہ نہیں نہیں کوئی بات نہیں، میں جان لیں گے سارا کچھ. کوئی میں پڑھ کے سناؤں گا تے نال پھر لٹرلی میں پڑھ کے سناؤں گا تے نال میں پھر حاشیہ رائی بھی کروں گا نا. حاشیہ رائی بھی کرتے ہیں اور پھر الفاظ کھا گئے. ہاں کچھ لفظ بھی کھا جاؤں گا. ضیاء صاحب نے نا نوکر شاہی گور شاہی میں گور نوکر شاہی. شاہی کہہ گیا. وہ کسی فنے خان بخاری، فنے شاہ بخاری کدھر گئے؟ ہاں جی وہ ایک فنے شاہ بخاری یہ گوہر شاہی کا یہ آپ ذرا سنیں، یہ مختصر بڑا سا ہے، مختصر جہا آپ سن کو لو بڑا لطف. دوبارہ زندگی میں کبھی یہ بات نہیں بتاؤں گا، آج بتا رہا ہوں دوسری دفعہ. سرکار گوہر شاہی جانے جہان ہے. کیا ہے؟ روح جمادی کی سردار روح سرکار کے وجود میں، نباتی سردار روح سرکار کے وجود میں، حیوانی سردار روح سرکار کے وجود میں. تو سرکار ہیں تو یہ جہان ہے، اگر چلے گئے ہوتے تو یہ تباہ ہو جاتا. اگر چلے گئے ہوتے تو یہ تباہ ہو جاتا. اس لیے تو فرمایا کہ امام مہدی جانے کے بعد دنیا کو ایک سانس لینے کا حق نہیں ہے. نہیں ہے، نظر نہیں آ رہی. دوبارہ زندگی میں یہ جناب انہوں نے حسینی صاحب یونس گور ہے کہ میرا گوہر شاہی آیا نبیاں دا پیر. میرا گوہر شاہی آیا نبیاں دا پیر. انوکھڑا آیا نبیاں دا پیر. میں لڈیاں پاواں آیا نبیاں دے وہ مبارک ساریاں سکھیاں. دے وہ مبارک ساریاں سکھیاں. میں گوہر دے نال ساڈیاں لڑ گئیاں اکھیاں. گوہر دے نال ساڈیاں تے وہ مبارک ساریاں سکھیاں. تے وہ مبارک ساریاں سکھیاں. سونے دے نال ساڈیاں لڑ گئیاں اکھیاں. تے بدل گئی تقدیر. میں صدقے بدل گئی تقدیر. میرا گوہر شاہی آیا نبیاں پیر. میرا جی وہ کہہ رہے ہیں گوہر شاہی جو ہیں وہ ہے خاتم النبی، نبیوں کے پیر. لو جی خرم شہزاد صاحب 281 صفحہ ہے. آپ بھی یہ جو کلمات انہوں نے فرمائے ہیں کہ گوہر شاہی صاحب نے جا کر اللہ کو کہا کہ جا کر یونس گوہر کو یہ پیغام دے دو. اور یونس صاحب فرماتے ہیں
कि आप सरकार ने खुद नहीं ये कहा, लेकिन अल्लाह को हुक्म दिया कि जाकर ये पैगाम गोहर को पहुंचा दो। और ये कहा कि लोग हैरत ज़दा होते हैं कि दरबारे इलाही में पेशी होगी, मेरा तो ये मामूल है, मुझे तो कतन कोई हैरत नहीं। अब गैर अहमदियों में इस तरह की और बहुत सारी चीज़ें पाई जाती हैं। लासानी सरकार हों, ये हो, शुफ वाले हों, दम करते हुए पीर नज़र आएंगे, लेकिन वो अज़राए शफकत नज़र नहीं आते। सिलेक्टिव हियरिंग होती है ना। टोनी भाई इसका अपना है, टोनी भाई इनका अपना सिलसिला था, इसका अपना सिलसिला है। अहमद नजीर साहब, आपने क्या लगाया? क्या लिखा हुआ है इसमें? लेकिन ये एक चीज देखें कि ये जो आमिर नजीर साहब क्या लगाया आपने? मैं बताता हूँ, ये रूहानी खजाइन की जिल्द 11 है, सफ़ा 281 है, जिसमें मिर्जा साहब ने नाम लिखा हुआ है नहसुन युसम्मा सादु फिल जोहला। हाँ, यानी वो मनहूस नाम उसका सादुल्लाह है, जोहला का, जो जोहला में से है। ये लिखकर लिखा हुआ है आज़ैतनी खुबसन फलस्तु बिसादिकिन इल्लम तमुत बिल खिज़्य या इब्ने बगा। सादुल्लाह लुधियानवी का नाम लेकर उसकी माँ को गाली दी गई। बल्कि वो महमूद गजनवी नजफी सब के नाम उन्होंने लिखे होते हैं। की हो गया? अपनी तरफ से कनेक्ट कर दिया आपने। चलो, और थूक सीकर नहीं मनेगा। इब्नुल बगा दा मैंने कंजरी दा बच्चा, फाहिश औरत दा बच्चा। बगा दा की मतलब है फाहिश औरत बागी। मेरा तो ख्याल है बगिया जड़ा है वो बगावत करना है। मिर्जा साहब ने आप नस्ल फाहिश औरत नु भी बगिया ही कहना। मिर्जा साहब ने आप फाहिश औरत ने बगिया ही कहना नहीं, क्योंकि फाहिशा औरत बगावत कर दी है ना, जदों जिस्म फरोशी कर दी है। मैं सिर्फ वही तेरे ना बागी तो होर भी जड़ा हुकूमत दे बागी हुंदे ने, वो के हुंदे ने, वो फाहिशा ते नहीं हुंदे। ਜਿਹੜਾ ਕੁਰਾਨ ਕਰੀਮ ਵਿੱਚ ਬਗਾ ਹੈ ਉਹਦੇ ਕੀ ਮਾਨੇ ਨੇ? ਇਨ ਅੱਲਾਹ ਯਾਮਰੂ ਬਿਲ ਅਦਲ ਵਲ ihsan व इताअ ज़िल कुर्बा व यनहा अनिल फ़ाहशाए वल मुनकर वल बगी। ਇਹ ਜਿਹੜਾ ਬਗੀ ਹੈ ਇਹੋ ਹੀ ਤਾਂ ਬਗਾ ਹੈ, बगावत। कुरान मजीद के लफ्ज के बहुत सारे मतलब होते हैं अपने महल के साथ। बल्कि हुसैनी साहब कुरान करीम में अगर कंजरियों के औलाद भी कहा है तो ये कोई ऐसी बात नहीं है जिसपे कोई झगड़ा किया जाए, क्योंकि मिर्जा साहब ने कहा है कि दुश्मन हमारे ब्याबानों के खंजीर हो गए, उनकी औरतें कुत्तियों से बढ़ गई हैं। तो कुत्तियों से अगर बढ़ गई हैं औरतें, तो वो अगर कंजरी की औलाद का है तो इससे क्या हो गया? कुरान तो कह रहा है कि वो जानवरों से भी बदतर है। कुरान करीम की ये आयत है कि नहीं, जो बढ़ गई ना वहां पे किसी का नाम नहीं दिया है सर साहब। जी जी, कुरान करीम की ये आयत है ना कि जिसमें अल्लाह ताला फरमाता है कि उन औरतों से जिनसे तुम्हें बगावत का खदशा हो तो उन पर ये पाबंदी है। बगावत करनी है, बगावत का खदशा वहां पर लिखा हुआ है, लफ्ज है। क्या आप उसकी बात कर रहे हैं जिन औरतों को मारना है आपने, बिस्तरों में अलहदा कर देना है, पहले उनको नसीहत करनी है। हाँ, तो क्या लफ्ज है वहां पर? उसमें बगा का लफ्ज नहीं है। अच्छा, हाँ, मिर्जा साहब ने अपने हाथ नाल तर्जमा किया जेड़ा मैं हुण लाया ना इसे शेर दा। ठीक है, मगर ये बगावत का लफ्ज तो यूज हुआ है कुरान करीम में कई मरतबा। वो ठीक है, कुरान पाक जो है जेड़ा मिर्जा साहब ने दा मैना कीता है ना, नहीं वो देखें हजरत मसीह अलैहिस्सलाम ने कभी भी यही नहीं फरमाया कि मैं जहां भी ये लफ्ज लिखा हुआ है इसके यही मान लो। सिर्फ वो जहां नहीं लिखा सी जिथे जेड़ा शेर पे पढ़ने हैं ना। हाँ, तो उसमें नाम तो नहीं लिखा हुआ। नाम बता दे मुझे, कहाँ लिखा हुआ है नाम? अच्छा यार, अगे मैं नाम वाला लाया है ते तुसी बगा दा मैंने दिखाया तो है, नाम पूरी नज़म ही उसके मुतल्लिक है, उसका जिक्र उसमें मुतल्लिक, क्योंकि सादुल्लाह लुधियानवी ने
ਮਿਰਜ਼ਾ ਸਾਹਿਬ ਦਾ ਨਾਮ ਲੈ ਕੇ ਉਹਨਾਂ ਦੇ ਖਿਲਾਫ ਨਜ਼ਮਾਂ ਲਿਖੀਆਂ ਕੋਈ ਗੱਲ हाँ बिल्कुल। अच्छा वो जो हुसैनी साहब वो इसमें नज़्में पता नहीं नहीं दिखाते। मिर्जाई खाम खा नहीं, डिफेंसिव वो हो मैं जाते बताता हूँ, हाँ। वो नज़्में हुसैनी साहब वो आप पढ़ें तो आप हैरान रह जाएंगे कि इन लोगों ने स्ट्रेट गालियां लिखी हुई हैं। गालियां दी हैं, उन्होंने गालियां दी हैं भाई, ठीक है, उन्होंने गालियां दी हैं। हैं। दी है तो मिर्जा साहब ने भी दी है, तो आप क्यों ये कह रहे नहीं हैं? कोई गाली नहीं दी, आप कोई क्यों गाली कह नहीं रहे दी, हैं गलत मिर्जाई बात कि ना करें। नहीं नहीं ये नाम नहीं लिया फलाना, भी नाम लेके उन्होंने किया हुआ है। हाँ ठीक है। देखें अगर आप गजनी का भी नाम लिया है, नजफी का भी नाम लिया है। हादी ने गालियां दी हैं तो फिर कुरान मजीद ने ऐसे गंदे शख्स को जो इंतहाई बढ़ी आता है उसके लिए अबू लहब जो है जो था उसके लिए पूरी सूरत नाजिल की है। तो भाई अगर कुरान पाक ने किया है तो मुसलमान मुकर गए हैं। लेकिन वहां पे अल्लाह ताला ने उसका नाम लेके किया ना। हाँ, जिसका नाम लेकर किया है अबू लहब का, ना देखिए हर चीज को कुरान के मुताबिक समझा करें ना। कुरान के मुताबिक अगर किया है आप तो कोई इनकार तो न कर रहा, मिर्जाई तो इनकार शुरू कर देते। नहीं, डिफरेंट बातें हैं ना। दो चीजें, एक है कि जनरली स्पीकिंग कुरान मजीद जो है जनरली स्पीकिंग एक बुराई को बुरा कहता है, उसके लिए सख्त अल्फाज कहता है। फिर जो लोग हद से गुजर गए और इंतहाई मतलब जो आगे चले गए उनके लिए अब उस तरह के लोग जैसे अबू लहब है उसके लिए फिर अल्लाह ताला ने डायरेक्ट भी कहा है। तो यार डायरेक्ट कहा है, मैं कब कह रहा हूँ नहीं डायरेक्ट कहा। अबू जहल कहा था, हालांकि उसका नाम अबू जहल नहीं था। हाँ, अबू जहल कुरान में किस आयत में आया? कोई नहीं है। अबू जहल नहीं, अबू लहब आया है कुरान अच्छा, अबू में। लहब। अबू लहब जो है वो उसका नाम है कि असल नाम है अबू लहब? वही तो मैं कह नहीं, असल नहीं है। नहीं, अबू लहब नाम का कोई बंदा था? नहीं था ना, यही तो मैं कह रहा हूँ कि वो जो अबू लहब और अबू जहल जो मशहूर हुआ उनका असल नहीं, नाम अबू जहल और अबू लहब इकट्ठे ना करें। कुरान करीम तो अबू लहब कहता है लेकिन अबू जहल नहीं कहता। हाँ बिल्कुल। सवाल ये है कि और अबू लहब जो है वो सिफाती नाम है, सिफाती। हाँ अबू लहब जो है कुरान करीम में बताते जाओ यार कुरान करीम में तो मक्का वालों को भी हुसैनी साहब जहलों की कौम कहा है। ए जहलो, हजरत मोहम्मद रसूलुल्लाह सल्लल्लाहु अलैहि वसल्लम को अल्लाह ताला ने मुखातब करके फरमाया है कि इनसे कह दो कि ए जहलो। और यार जो कुछ अल्लाह ताला ने फरमाया ना, अल्लाह ताला ने किस जगह फरमाया? अबू लहब का नाम, मैं आपको सूरत और नाम दे दूंगा, मैंने बकायदा ये आयत पढ़ी हुई सूरत का है। नाम ही ये इन्होंने पता अबू करना है। लहब का नाम अब्दुल उज़्ज़ा जिसका था। जो कुछ नाम और कुरान में उसका आया है रंगत की हम वजह उससे से, भागे हैं। उसकी रंगत की वजह आप से, क्यों भागते हैं सुर्खी इस बात माइल से? उसका रंग होने की वजह से नहीं, हम उसको भाग नाम रहे हैं। तो भागना उससे भागना पहले अच्छा उसे नहीं अबू होता। लहब आप कहते कहें हैं। कि हमने कुरान के आप मुताबिक है, हम आप उसका- कहें और भाई उसमें कुरान ये के नहीं अन है कि मुताबिक है कुरान या ने नाम हदीस के दिया अन है मुताबिक है, मुसलमानों ने। आप ये उससे बाद पहले में भी दलील इस्लाम देना की जब किसी मुखालफत ने से आपसे पहले भी पूछा। उसका नाम अबू लहब के नाम से मशहूर था, वो उसकी कुनियत है। ठीक है, नाम इतना उसका चेक इतना अब्दुल कर उज़्ज़ा दें। था और वो उसकी रंगत की वजह से उसका नाम अबू लहब था। ये कोई ठीक होगा। इल्जाम मुसलमानों ने नहीं उसको दिया था, इस्लाम से पहले भी उसका नाम अबू लहब ही था अबू लहब, मशहूर, ठीक है। उसकी रंगत की वजह से। मतलब है कि कोई बंदा अबू लहब नाम का मौजूद है, ये कह रहे हो? और उसका नाम तो अब्दुल उज़्ज़ा था। अच्छा अब्दुल उज़्ज़ा अच्छा, नाम उसका कुछ और है, आप कह रहे हैं कि जी अबू लहब था। मैं पूछ रहा हूँ आपसे, मुझे नहीं पता, मैं पूछ रहा हूँ कि नहीं, अबू उसका लहब- नाम अब्दुल उज़्ज़ा था। वो हज़रत सल्लल्लाहु अलैहि वसल्लम अबू का लहब भी चचा पड़ गया था। था। ये आप समझ रहे बात को। हैं? उसका अबू नाम लहब इस्लाम से पहले भी उसका नाम अबू हाँ, लहब ही उसका था। नाम पड़ गया था। उसकी कुनियत थी, मशहूर जो था अपनी रंगत की वजह से, उसका लाल सुर्ख रंग होता था और उस वजह से उसका नाम लहब, अबू लहब। ये जो रसूलुल्लाह की दो बेटियों का कहते हैं शादी का, ये अबू लहब के बेटों से तो हुई थी। अच्छा, हाँ जी। नहीं जमाना नबूवत के फिर उससे 5 साल पहले फिर उनको वो जो ऐलान नबूवत पे, या 5 साल पहले शायद फिर उन्होंने जब वो पहले ऐलान नबूवत चले वो तरीक है, पता नहीं कहाँ तक उसकी कोई समझ है नहीं है, उसको छोड़ें। ये सामने जो कुछ लिखा हुआ है नस्ल बदकारा, अगर मिर्जा साहब ने तर्जमा खुद किया है तो आप क्यों इसको कहते हैं कि बगा का मानी कुरान में देखें, ग्रामर में देखें, लिसानुल अरब में खोल के देखें, सामने मिर्जा साहब ने लिखा हुआ है नस्ल बदकारा। हाँ, तो इसका यही मतलब है ना कि इमाम मेहदी हज़रत मसीह मऊद अलैहिस्सलाम नस्ल बदकारा का मतलब ये थोड़ी है, मेरी बात सुने। वाले बकवास करने वाले, क्यों जी आप तीनों में से किसकी बात सुने? हुसैनी साहब, इसी कैटेगरी हुसैनी साहब, गोबरी कीड़े मेरा एक सवाल है कि नस्ल बदकारा का क्या मतलब ये थोड़ी है कि जिस किसी ने भी किताब में लिखा हो कि उसकी वालदा ने जरूर ये क्याम किया होगा।
नस्ल बदकारा का ये मतलब हरगिज नहीं है, बल्कि बदकारा की नस्ल खराब लोग हैं। नहीं मेरी बात सुन लें, बदकार का मतलब ही खराब है कि ऐसे अमाल करने वाले जो अल्लाह ताला की नजर में नापसंदीदा है। ये मतलब नहीं है कि वो सब कुछ वो आप एक ही तरफ लेके जाते हैं, डायरेक्शन जो है गलत बनाते हैं। वैसे झूठ बोलने वाले का बेटा होगा, झूठ बोलने वाले वो देखे ना, मेरी बात सुनिए, बदकार अमल करने वाले लोगों का मतलब ये होगा हमें इसकी माँ झूठ बोलती होगी। कुरान मजीद में ज़नीम का जब लफ्ज आया है, ठीक है, अल्लाह ताला ने बताया है कि वो जो ऐब जोई करते हैं, जो इल्जामबाजी करते हैं, उनके लिए अल्लाह ताला ने ज़नीम और ज़लील का लफ्ज। हाँ, तो मुसलमान उससे मुनरफ हो गया, मुसलमान आपकी तरह। मतलब नाउज बिल्ला जो आप बात कर रहे हैं, हम वो मतलब तो नहीं लेंगे ना ज़नीम का। आपका जो दिल करता है मतलब ले लो। बंदा बदकार है पूरे काम में, नाउज बिल्ला वो मतलब तो नहीं लेंगे जो आप कह रहे हैं। ट्रुथ सीकर यार जो कुछ कुरान में लिखा हुआ है, मुसलमान उस पर कायम है कि कुरान में ज़नीम लिखा हुआ है। आपका प्रॉब्लम क्या है? आप बात करते हुए ना मुखालिफिन को मौका देते हैं कि वो हुजूर सल्लल्लाहु अलैहि वसल्लम और कुरान की गुस्ताखी। हुजूर सल्लल्लाहु अलैहि वसल्लम की तो बात ही नहीं हो रही। ये नस्ल बदकारा जो लिखा हुआ है, इसको आप कहते हो बगा का मानी हमने ग्रामर में देखा है। साहब मेरी बात सुने, इससे क्यों आपकी जान जाती है? ये जो नस्ल बदकारा मिर्जा साहब ने लिखा, क्यों नहीं कहते कि मिर्जा साहब ने उसको नस्ल बदकारा कहा है? ट्रुथ सीकर साहब इसमें जान क्यों जाती है आपकी? मिर्जा साहब ने जो कहा है वो सही कहा है, दुरुस्त कहा है, जिसने टोनी हमें भी बोलने दें। मेरी बात सुन लें, जहाँ तक जमाते अहमदिया का ताल्लुक है, गुलाम मोहम्मद कादियानी अलैहिस्सलाम की शान में गुस्ताखी करती है। जिस तरह मिर्जा साहब के बारे में ये टोनी साहब कह रहे हैं कि मिर्जा साहब ने लोगों को कहा है नस्ल बदकारा, तो आप भी उन करें कहा है। मसीह मऊद क्यों आप पर्दे डालते हैं और पंचर लगाते हैं? वो अपना क्या गैरत होने का सबूत देता है। ये गालियां इस तरह दें लोगों को? नहीं, गाली नहीं है, मैं इस तरह गालियां दें। हजरत अकदर वो गोबरी कीड़ा है, वो मेरी बात सुने, जहाँ तक पर जो सैनी साहब है इसको ऑन करें, इससे पीछे ना नस्ल बदकारा लिखा है मिर्जा साहब ने। इब्नुल बगा का मतलब नस्ल बदकारा ठीक है गलत है? इसी कैटेगरी में आते हैं, जुर्रियतुल बगाया में आते हैं, और नस्ल बदकारा ठीक है इब्नुल बगा का मानी तरीन मखलूक में आते हैं। भाई देखें, इसमें कोई इब्नुल बगा का मानी नस्ल बदकारा ठीक है कि गलत है? जो हजरत इमाम मेहदी अलैहिस्सलाम पर भोगता है वो जुर्रियतुल बगाया है। ओहो, एक मिनट चुप कर जाए मेरा प्लीज सारे। कुछ भी नहीं किसी ने कहा। बात यह है कि अगर इन्होंने इल्जाम लगा दिया है हम पे कि हमारा यही मतलब होगा, तो चलें, हम तो अपनी हद तक बर्दाश्त कर लेते हैं, मगर गैर कौमों से जब ये मुखातब हो गए, अगर उनको ये अल्फाज गैर कौमों दा फिक्र करो, तुसी अपना फिक्र करो कि तुसी इब्नुल बगा दा मतलब नस्ल बदकारा मनदे हो या पंचर लाना जे दे उत्ते रख के? चलो छोड़े इस बात को। आप इब्न नहीं छोड़े किस तरह? पहले आपने कहा कि हमने बगा का मानी ग्रामर खोल के देखना है। देखिए मेरी बात सुनिए, 135 साल बाद इब्नुल बगा का मानी ठीक है नस्ल बदकारा या गलत है? बस इतना उस दौर में मौलवी मोहम्मद हुसैन बटालवी साहब, यार मौलवी मोहम्मद हुसैन बटालवी को छोड़ो, इब्नुल बगा का मानी जो मिर्जा साहब ने लिखा है, नहीं ये ठीक लिखा है या आपको उस पर इतराज है? मैं यही अर्ज कर रहा हूँ कि जो उस वक्त मोहम्मद हुसैन बटालवी साहब और फिर मोहम्मद हुसैन बटालवी साहब ने कहते हैं इब्नुल बगा का मेरी बात तो सुन ले, ठीक है, मेरी बात तो सुन ले। नहीं, बात इतनी करनी है सिर्फ इब्नुल बगा का मतलब नस्ल बदकारा ठीक है कि गलत है, बस। जो उस वक्त बड़े मौजूद थे आपके, ओ यार फिर बड़े मौजूद थे नस्ल बदकारा, उनके सामने तो वो मानते थे मैंने नस्ल बदकारा। मैंने अर्ज किया है कि अगर ऐसी कोई बात थी तो वो मुकदमा कर देते। यार मुकदमा करने की क्या जरूरत है? मुकदमे लड़ाई करने की यहाँ पर क्या जरूरत है आपको? भाई नस्ल बदकारा ठीक है, तर्जमा इब्नुल बगा का गलत है, ये बता दो अब। मेरे से क्या पूछ रहे हैं? आपके बड़े जवाब देते रहे हैं। उनकी किताबें तो पढ़ना नहीं आता। ये तो बिक्रुन व सय्यबुन को बिक्रुन व तय्यबुन कह रहा था, इसको तो बेचारे को पढ़ना नहीं आता। आप ऐलान पढ़े थे, आप आलम हैं, सहाबी का नाम ऐलान पढ़े थे, आप आलम आदमी हैं। खुरम शहजाद साहब आपसे पूछना है ना, हदीस का जो वहाँ पे लिंक था उसमें एक मुसलमान का नाम आप ऐलान पढ़े थे। ऐसे देखें आपकी एज है, लेकिन आप बातें सब बच्चों वाली करते हैं।
میں یہی عرض کر رہا ہوں اچھا خود اعلان پڑھ رہے ہیں اور دوسری قصہ پہ کوئی نہیں بات اتنا ٹائم گزر گیا ہے صرف اینا نہیں دس پا رہے کہ اسی ابن البغا دا مانی نسل بدکاراں مننے ہیں بس اینا کہنے میں یہ عرض کرنا چاہتا ہوں کہ حسینی صاحب کیس آپ کے سامنے موجود ہے، آپ سے عرض کر رہے ہیں او بھائی ابن البغا دا مانی نسل بدکاراں میں وہی تو عرض کر رہا ہوں، سن تو لیں ذرا، ایک بندہ مرزا صاحب نے ترجمہ صحیح کیتا کہ غلط کیتا ہے نسل بدکاراں کھلیں ذرا، سن تو لیں۔ میں حسینی صاحب میں یہی عرض کر رہا ہوں کہ ان کو کہہ دیں کہ اگر انہوں نے یہ نئی مطلب نکالنے ہیں تو اس سے پہلے اپنے ایسی کوئی بھی مطلب نہیں نکال دے جو مرزا صاحب نے لکھیا اسی جو پہ گل کرنے کوئی مطلب نہیں نکال دے پہ سعد اللہ لدھیانوی کیڑا صاحب مطلب نکالیا کسی اور نے میری بات تو سن لیں، مرزا صاحب نے وہی پہ مننے میری بات جو مرزا صاحب نے اپنے قلم نہ لکھیا سی وہ پہ مننے میں نے عرض کیا ہے مرزائیاں نے مرزا صاحب نے نہیں نہ ماننی، آپ کے مرزائی بزرگ تے ہر ویلے موجود کہتے تھے ہیں مرزا صاحب نو سائیڈ تے رکھو، جو وہ تو اسی وجہ سے وہ مرزا صاحب کی نہیں مانتے، وہ مرزائی ان کے خلافت کی گدی نہیں چلتی۔ میں یہی عرض کر رہا ہوں کہ اپنے نئے مطلب نکالنے کی بجائے اپنے دماغ کو ٹینشن مرزا صاحب کو کہہ رہے ہیں کہ وہ نئے مطلب کٹ دے سی مرزا صاحب نئے مطلب کٹ کے گئے نے میں نے عرض کیا ہے کہ آپ اپنے دماغ کو اتنی ٹینشن کیوں دے رہے ہیں؟ میں نہیں مرزا صاحب نے نواں کٹیا نسل بدکاراں 130 سال بعد اپنے دماغ کو کیوں اتنی ٹینشن دے رہے ہیں؟ یار اس لیے دے رہے ہیں ٹینشن کہ آپ لوگ مرزا صاحب کے لکھے ہوئے معنی کو کہہ رہے ہیں یہ ترجمہ صحیح نہیں ہے، گرامر دیکھو، لسان العرب دیکھو، قرآن دیکھو، بغا کا کیا معنی ہے۔ میں نے یہی عرض کیا ہے کہ ہم میں سے کسی نے آپ کے کسی بڑے مولوی کو یا کسی کو کچھ نہیں کہا ان الفاظ کے ذریعے سے، اور یار جو کچھ مرزا صاحب نے کہا ہوا ہے ہم تو وہ پیش کر رہے ہیں، ہم آپ کو کیا کہہ رہے ہیں؟ ہم سے لڑائی کر رہے ہیں۔ مرزا صاحب کی تعلیم نہ پیش کریں شہزاد مرزائی، مرزا صاحب کی تعلیم نہ پیش کریں، میں نے یہ تم لوگوں کو تکلیف ہوتی ہے اس سے، ہم تو پیش کریں گے بھائی۔ نہیں جو مرزا صاحب نے جو بھی لکھا ہے بالکل درست لکھا ہے، تم لوگوں کو پتہ نہیں کیا تکلیف ہے۔ جن لوگوں کو نسل بدکارہ انہوں نے لکھا تو اس سے یہی مراد ہے، میں نے عرض کیا ہے وہ کہ بدکاروں کی نسل ہے، جو مرزا صاحب کے مخالفین تھے وہ بدکاروں کی نسل تھی، کنجریوں کی اولاد تھی، بالکل درست لکھا ہے انہوں نے، جن لوگوں تم لوگوں کو کیا تکلیف ہے اس سے؟ جن لوگوں کے متعلق یہ لکھا لوگوں تھا کو ان کو شرم آتی ہے نا بتاتے ہوئے کہ مرزا صاحب نے لوگوں کو نسل بدکاراں لکھا ہے، شرم آتی ہے، ایڈے تسی شرم والے رہ گئے۔ ان کو چاکا آتا ہے چوہان صاحب، ان کو چاکا اگر شرم آتی ہے تو مرزا صاحب کا انکار کرو، جان چھوڑو ہماری۔ یہ لفظ لوگوں کے سامنے وہ کہتے ہیں تم مرزا صاحب کا انکار کرتے ہو تو ان کو چھوڑو، کہو کہ تم مرزا صاحب کی نہیں مانتے، مرزائیو یہی تو ہم حرکت ہوتے ہیں کہ تم لوگ مرزا صاحب کی نہیں مانتے، تم ان کے کلام سے شرمندہ رہتے ہو، اور شرمندہ ہے تم کہتے ہو مرزا صاحب کو سائیڈ پہ رکھیں۔ کوئی بندہ عقل مندی سے سوچ سکتا ہے کہ 130 سال بعد کسی نئی نسل کے انسان کو خیال آنے شروع ہو جائے کہ نہیں یہ جو کتاب میں لکھا تھا یہ ہم بھی اس میں مراد ہیں؟ میری گل سنو، اگر آپ میری بات سنو اگر آپ مکرے نا اس بات سے 130 سال بعد یہ بحث کے قابل بات ہی نہیں ہے۔ آپ خود کہہ رہے ہیں، ابھی آپ نے کہا کہ ابن البغا کا معنی فاحشہ عورت کا بیٹا نہیں ہے، نسل بدکاراں نہیں ہے، آپ نے کہا تو میں نے وہ لگایا صفحہ کہ مرزا صاحب خود اس کا معنی نسل بدکاراں کر کے گئے ابن البغا کے سادہ سے معنی ہے کہ باغیوں کی اولاد، ایلو تو باغی کون ہے؟ سادے میں نہیں سی ہم دے یہ حسینی صاحب موجود ہیں، ان سے پوچھ لیں، اگر نہیں یہ میں نے مرزا صاحب نے سادے سے میں نے نہیں سی ہم دے۔ حسینی صاحب ابن البغا کے پلیز میں نے کر دیں، کیا ہے اس کے میں نے؟ چوہان صاحب اگر مرزا صاحب نے معنی کیے ہوں تو وہ ٹھیک ہوں گے یا نہیں؟ جو بھی میں نے کیے ہیں وہ مجھے بتا دیں، پھر جہاں سے نکال کے دکھا دیں، وہ تو فارسی میں لکھا ہوا ہے سارا۔ میں عرض کر رہا ہوں کہ آپ کسی لفظ کے معنی پوچھ رہے ہیں، اگر اس لفظ کے معنی مرزا صاحب نے کوئی کیے ہوں تو وہ زیادہ بہتر ہوں گے یا کسی اور کے کیے ہوئے معنی بہتر ہوں گے؟ کیا خیال ہے آپ کا؟ نہیں میں بالکل آپ کی میں بات مانتا ہوں، مگر حضور نے کہیں نہیں فرمایا کہ میں نے جہاں پر بھی یہ لفظ استعمال کیے ہیں اس کے ضرور یہ میں نہیں لینا۔ میں یہ نہیں کہہ رہا ہوں، میں صرف یہ کہہ رہا ہوں کہ کسی لفظ کے وہ معنی جو مرزا صاحب نے کیے ہوں اس جگہ جس جگہ انہوں نے کیے ہوں اس جگہ وہی معنی لینے چاہیے یا کوئی اور لینے چاہیے؟ نہیں میرا نہیں خیال حسینی صاحب کہ اس کے میں نے ضرور بدکار عورت کی اولاد لیا گیا۔ میں نے تو شہزاد صاحب یہ نہیں کہا، میں تو صرف یہ عرض کر رہا ہوں مرزا صاحب نے اگر کسی لفظ کے کوئی معنی کیے ہوں وہ زیادہ بہتر ہوں گے یا کسی اور کے کیے ہوئے معنی بہتر ہوں گے؟ پہلا سوال یہ ہے۔ بالکل بات واضح ہے کہ جو آپ نے تحریر لکھی ہے
جو آپ نے میں نے کیے ہیں وہی سب سے بہتر ہیں، وہ ہم سمجھ لیتے ہیں، آپ علیہ السلام سے سمجھ لیتے ہیں کیا لکھا ہے آپ نے. بالکل بالکل ٹھیک ہے، کتنی سچی بات آپ کرتے ہیں، کتنی عقل والی بات آپ کرتے ہیں. اگر یہ مسئلہ حل ہو جائے تو باقی مسئلے، یہ بات آپ نے سمجھا دی ہے مجھے کہ مرزا صاحب اگر کوئی لفظ لکھیں اور خود اس کا ترجمہ کریں تو وہی ترجمہ بہتر ہوگا جو انہوں نے خود کیا ہوگا. کیا خیال ہے؟ یہ ٹھیک ہے نا بات؟ ٹھیک ہے. بس بات ختم ہو گئی. یہ بات آپ نے ایک اصولی بات سمجھا دی ہے. یہ ہمارے پاس ایک میٹر آ گیا ہے، ایک ناپنے کا پیمانہ ہمارے ہاتھ آ گیا. اس سے جتنے بھی لفظوں کے مرزا صاحب نے جہاں جہاں ترجمے کیے ہیں، مثلا خاتم النبیین کا جو ترجمہ مرزا صاحب نے کیا وہی بہتر ہوگا. کیا خیال ہے کہ نہیں؟ سر صاحب میں تو اب اجازت چاہتا ہوں کیونکہ میں تو ہونے لگا بہت ضروری ہے نہیں وہ ضرورت نہیں کیونکہ دروازہ ناک ہو رہا ہے تو ضروری کام کی وجہ سے آپ کو جانا پڑ رہا ہے نا. وہ ٹھیک ہے بات. آپ کٹہرے میں کھڑے کیوں ہیں شہزاد صاحب؟ ہمیں کوئی ضرورت نہیں کٹہرے میں کھڑے ہونے کی. ہاں کوئی اس میں کٹہرے میں کھڑے ہونے کی کیا ضرورت؟ ہاں بالکل. ان لوگوں کو تو کام ہے اعتراضات کرنا، آپ چھوڑ دیں. ان لوگوں حسینی صاحب نے ان کا ایک آپ اعتراض کریں گے 10,000 اور دیں گے. یہ حسینی صاحب شہزاد صاحب سے بات کر رہا ہوں، شہزاد صاحب سے. نہیں اصل میں نا شہزاد صاحب کہہ رہے تھے کہ اس کے ان کو پکڑ کے بیٹھ گئے. شہزاد صاحب کہہ رہے تھے کہ اس کے سادے سے معنی تھے، مرزا صاحب کو اس کے سادے سے معنی سمجھ نہیں آئے، انہوں نے نسل بدکاراں لکھ دیا. نہیں یہ نہیں کہا، یہ بالکل جو معنی ہیں وہ ٹھیک کیے ہیں، لیکن بات یہ ہے کہ جو آگے آپ معنی کر رہے ہیں وہ کیا ہے؟ آپ کیا سمجھیں نسل بدکاراں سے؟ ہاں نسل بدکاراں کا آگے کیا مطلب ہے؟ ہاں بتائیں نا. اے سوال زیادہ ہمجھے بتائیں تو صحیح نا. نسل بدکاراں کا کیا معنی ہے؟ ہاں یاد رکھیے گا کہ یہ لفظ قرآن میں بھی آیا ہے. ہاں نسل بدکاراں کا معنی، نسل بدکاراں کا معنی کیا ہونا چاہیے؟ نیک نسل، متقیوں کی نسل، پرہیزگاروں کی نسل. نہیں جو باغی جیسے غلط کام کرتا ہے. اچھا بدکار کا معنی ہے باغی، بغاوت جیسے جو غلط کام کرتا ہے. بدکار کیا ہوتا ہے؟ غلط کام کرنا. ہاں بدکار کا معنی ہے بدکار. وہ تو ایک وحدت الوجود والا پاکستان ہوندا سی، حسنے سے پہلے نا انہوں میں آکھیا اے روزے آ گئے نے تے بھائی خالد روزے رکھیا کرو. بھاگتا نہیں ہے. بات تو سنیں، وہ بات تو سنیں. وہ غلط کر لینا یار ٹروتھ سیکر بھائی، ٹروتھ سیکر بھائی، جو بھی حضرت مسیح موعود علیہ السلام نے معنی کیے ہیں وہ انہوں نے کیے ہیں. اس میں بات کیا ہے؟ اس میں کیا جو ٹھیک ہے، لیکن میں یہ کہہ رہا ہوں کہ یہ بندہ اس کا مجھے حوالہ دے دیں ذرا. آپ جو قرآن میں جو قرآن میں ورڈ آیا زنیم، اس کا مطلب پوچھ لیں، بس بات ختم. وہی تو لے کے جا رہا ہوں نا کہ یہ بندہ کیسا گستاخ انسان ہے کہ یہ کن کو موقع دے رہا ہے. بس بات نسل بدکارہ کا مطلب ہے شریف اور نیک آدمی. جی اس کا مطلب وہ ہے جو کلب میں سڑ کے مر جائے، گے کلب میں سڑ کے مر جائے، اس کا مطلب وہ ہے. میں یہ بات کر رہا ہوں کہ دیکھیں آپ زنیم کا مطلب پوچھ لیں ٹروتھ سیکر بھائی، بات ختم. کیا رولا کیا؟ یہی تو پوچھ رہا ہوں میں سے. پہلے کہندے سی ابن البغا دا معنی نسل بدکاراں نہیں، ہن کہندے نے نسل بدکاراں معنی نسل بدکاراں. اچھا یہ نا مجھے اس کا حوالہ دے دیں، حوالہ. مرزائی خان کا رپٹ ڈال کے بیٹھ جاتے ہیں. جو مرزا صاحب نے لکھا ہوا ہے اس سے کیوں ڈرتے ہو؟ 282 صفحہ. یار نہیں ہم تو مان رہے ہیں اس کو. بھائی یہی تو جھگڑا پڑ رہا تھا، میں تو یہی کہتا تھا جو لکھا ہوا ہے اس کو مانیں. ہاں اس کو مان رہے ہیں تو، لیکن زنیم کا مطلب کیا ہے؟ قرآن مجید میں جو زنیم لفظ استعمال ہوا ہے ظالم، حرامزادہ، کیا مطلب؟ حرامزادہ. اب نذیر صاحب آپ بتائیں اب حرامزادہ سے کیا مراد ہے؟ بتائیں ہیں ذرا، وہی ذہن اپلائی کریں نا. نہیں حرامزادہ، یہ حرامزادے سے وہی مراد ہے جو مرزا صاحب نے تعریف کی ہے، جو سیدھی راہ اختیار نہ کرے، بے انصافی کی راہوں سے پیار مرزا صاحب نے قرآن حرامزادہ کی یہ تعریف ہے. قرآن مرزا صاحب نے بتایا آپ کو، ان پہ نازل ہوا تھا قرآن کہ رسول پاک صلی اللہ علیہ وسلم پہ نازل ہوا تھا. کیسے گستاخ لوگ نہیں، مرزا صاحب کو ہر ایک زیرو سے زیادہ قرآن کا علم یار. آپ اچھا قرآن کا جو زنیم تو جو قرآن کا علم جس کو دیا گیا اسی سے پوچھیں گے نا مطلب کیا ہے. جو قرآن کا تو انہوں نے بتایا حرامزادے کی یہ نشانی ہے، مجھے بتائیں حرامزادے کی یہ نشانی ہے کہ سیدھی راہ اختیار نہ کرے اور بے انصافی کی راہوں سے پیار کرے. تو جو زنیم ہے نا وہ اسی طرح کا حرامزادہ، جو گے کلب میں سڑ کے مر جائے. امن نذیر، ہیلو امن نذیر انکل، ہیلو 1 2 3 امن نذیر انکل.
ਕੀ ਮਸਲਾ ਇਬਨੁਲ ਬਗਾ ਦਾ ਮੈਂ ਨਹੀਂ, ਨਸਲੇ ਬਦਕਾਰਾਂ ਨਹੀਂ ਤੇ ਨਸਲੇ ਬਦਕਾਰਾਂ ਦਾ ਮੈਂ ਨਹੀਂ, ਨਸਲੇ ਬਦਕਾਰਾਂ ਨਹੀਂ। ਨਹੀਂ ਤੇ ਜ਼ਨੀਨ ਦਾ ਮਾਨੀ ਕੀ ਹੈ? ਨਸਲੇ ਬਦਕਾਰਾ ਯਾਨੀ ਸ਼ਰੀਫ ਲੋਕਾਂ ਦੀ ਔਲਾਦ। ਜ਼ਨੀਨ ਦਾ ਮਾਨੀ ਕੀ ਹੈ? ਪਹਿਲਾਂ ਇਬਨੁਲ ਬਗਾ ਦਾ ਪੰਚਰ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਤੋਂ ਜਾਨ ਛੁੱਟੀ ਹੈ ਤੇ ਅੱਗੋਂ ਨਸਲੇ ਬਦਕਾਰਾਂ ਦੇ ਉੱਤੇ ਰੱਖ ਕੇ ਪੰਚਰ ਲਾਣਾ ਸ਼ੁਰੂ ਗਲਤ ਕਹਿ ਲੈਣਾ ਮਿਸਟਰ ਭਾਬੀ ਸਾਹਿਬ, ਉਹਨਾਂ ਨੂੰ ਕਹਿ ਲੈਣਾ, ਲੇਕਿਨ ਇਹ ਵੇ ਕਿ ਜ਼ਨੀਨ ਦਾ ਮਾਨੀ ਕੀ ਹੈ ਕੁਰਾਨ ਦੇ? ਮੇਰੇ ਨਾਲ ਮੁਖਾਤਬ ਨਾ, ਮੇਰੇ ਨਾਲ ਮੁਖਾਤਬ ਨਾ, ਮੇਰੇ ਨਾਲ ਵੀ ਨਾ ਮੁਖਾਤਬ ਹੋ। ਕਿਉਂ ਮੁਖਾਤਬ? ਮੈਂ ਟਰੂਥ ਸੀਕਰ ਨਾਲ ਗੱਲ ਕਰਦਾ। ਮੈਂ ਉਹ ਟਰੂਥ ਸੀਕਰ ਥੱਲੇ ਚਲਾ ਗਿਆ ਤੇ ਮੈਂ ਬਸ ਉਹਦੇ ਨਾਲ ਗੱਲ ਤੇਰੇ ਨਾਲ ਥੱਲੇ ਚਲਾ ਜਾ ਫਿਰ। ਮੈਂ ਤਾਂ ਗੱਲ ਕਰਨੀ ਹੈ, ਮੈਂ ਬਰੋਡ ਤੇ ਆਇਆ, ਮੈਂ ਗੱਲ ਕਰਨੀ ਹੈ ਤੇ ਗੱਲ ਕਰ ਤੂੰ ਜਿਤਨਾ ਮਰਜ਼ੀ। ਮੈਨੂੰ ਨਾ ਮੁਖਾਤਬ ਤੂੰ ਆਪਣਾ ਤੂੰ ਜੋ ਇੱਕ ਹਵਾਲਾ ਪੁੱਛ ਰਿਹਾ ਤੇ ਮੈਂ ਵੀ ਤੇਰੇ ਕੋਲ ਹਵਾਲਾ ਪੁੱਛ ਰਿਹਾ। ਮੈਂ ਤੈਨੂੰ ਹਵਾਲਾ ਪੁੱਛਿਆ, ਮੈਂ ਤੈਨੂੰ ਹਵਾਲਾ ਪੁੱਛਿਆ ਕੋਈ ਜ਼ਨੀਨ ਦਾ ਮਤਲਬ ਕੀ ਹੈ? ਤੈਨੂੰ ਮੈਂ ਕਿਹੜਾ ਹਵਾਲਾ ਪੁੱਛਿਆ? ਹਾਂ, ਜ਼ਨੀਨ ਦਾ ਮਤਲਬ ਕੀ ਹੈ ਕੁਰਾਨ ਚ? ਨਹੀਂ ਬੋਲਣਾ ਨਾ। ਨਬੀ ਪਾਕ ਨੂੰ ਗਾਲਾਂ ਕੱਢਣ ਵਾਲੇ ਤੈਨੂੰ ਮੈਂ ਮੂੰਹ ਨਹੀਂ ਲਾਣਾ ਚਾਹੁੰਦਾ। ਮਾਈਕ ਮਿਊਟ ਕਰ ਲੈ। ਤੂੰ ਆਪ ਨਬੀ ਪਾਕ ਨੂੰ, ਤੂੰ ਹਜ਼ਰਤ ਅਲੀ ਨੂੰ ਗਾਲਾਂ ਕੱਢੀਆਂ ਨੇ। ਓਏ ਬਕਵਾਸ ਬੰਦ ਕਰ, ਮੈਂ ਜ਼ੁਬਾਨ ਮੇਰੇ ਕੋ ਖੁਲਵਾਈ ਹੈ। ਤੂੰ ਬਕਵਾਸ ਬੰਦ ਕਰ। ਮੈਂ ਕਿਹਾ ਤੂੰ ਹਜ਼ਰਤ ਅਲੀ ਨੂੰ ਗਾਲਾਂ ਕੱਢੀਆਂ ਨੇ। ਓਏ ਬਕ ਬੰਦ ਕਰ, ਬਕ ਬੰਦ ਕਰ। ਤੂੰ ਬਕ ਬੰਦ ਕਰ, ਨਾਸਬੀ ਨਾ ਹੋਏ ਤੇ ਮੇਰੇ ਨਾਲ ਗੱਲ ਨਾ ਕਰ। ਮੇਰੇ ਨਾਲ ਦੋਨੋਂ ਚੁੱਪ ਕਰ ਜਾਓ, ਲੜਾਈ ਨਾ ਕਰੋ। ਆਪੇ ਕਹਿਣਾ ਮੁਖਾਤਬ ਨਾ ਕਰ, ਫਿਰ ਵਿੱਚ ਉਂਗਲ ਲੈਣਾ। ਮੈਂ ਫਿਰ ਨਵੇਂ ਸਿਰੇ ਤੋਂ ਬਰੋਡ ਮੈਂ ਟਰੂਥ ਸੀਕਰ ਇੱਥੇ ਨਹੀਂ ਹੈ। ਅੱਛੀਆਂ ਗੱਲਾਂ ਕਰੋ ਜੋ ਮਿਰਜ਼ਾ ਸਾਹਿਬ ਹਜ਼ਰਤ ਅਲੀ ਨੂੰ ਗਾਲਾਂ ਕੱਢੀਆਂ ਨੇ, ਨਬੀ ਪਾਕ ਨੂੰ ਤੂੰ ਕਹਿਣਾ ਫਿਰ ਮੈਂ ਉਹਨਾਂ ਸ਼ਾਦੀਆਂ ਇਸ ਤੋਂ ਗੱਲ ਨਾ ਕਰ ਜਿਸ ਤਰ੍ਹਾਂ ਮੈਂ ਕਰਨਾ ਨਹੀਂ ਕਰਨਾ 365 ਦਿਨ ਅਵੇਲੇਬਲ ਨਹੀਂ ਸੀ ਹੁੰਦੀ। ਤੂੰ ਵੱਡਾ ਗੁਸਤਾਖ ਹੈ, ਨਾਸਬੀਆ। जिस बंदे ने मुबशर रज़ा साहब मिर्जा साहब की तालीम पेश करें, अच्छी अच्छी बातें मैं ये कह रहा हूँ, आप रसूल पाक सल्लल्लाहु अलैहि वसल्लम की पेश करें ना। रसूल पाक को सबसे ज्यादा मिर्जा साहब ने कुरान नाजिल हुआ रसूल पाक सल्लल्लाहु अलैहि वसल्लम। मिर्जा साहब कहते हैं कि कुरान मैं बताने आया हूँ, का मतलब बताएं। हजरत मोहम्मद सल्लल्लाहु अलैहि वसल्लम की शान मैं बताने यही तो कह रहा हूँ, रसूल पाक सल्लल्लाहु अलैहि वसल्लम पे कुरान नाजिल हुआ, रसूल पाक सल्लल्लाहु अलैहि वसल्लम पे कुरान नाजिल हुआ। ये नासबी लोग नहीं मानते। बाकी खामोश हो जाएं सब लोग प्लीज। ये टीसी साहब को ज्यादा उलझन आई हुई है ना, वो पहले बोल रहे हैं। इन दोनों को बोलने दें, बशीर साहब और अमन नज़ीर आपस में बात करें। गाली ना दीजिएगा बशीर भाई, गाली नहीं देनी, गाली नहीं देनी। मैं ਉਹਦੇ ਨਾਲ ਗੱਲ ਨਹੀਂ ਕਰਦਾ ਆਪਣਾ, गाली नहीं देनी बशीर साहब। मैं ट्रूथ सीकर ना गल करनी। ट्रूथ सीकर भाई, ज़नीम का क्या मतलब है? करो बोला। ज़नीम का मतलब है हरामजादा। ज़नीम जो सा ज़नीम कुरान में वर्ड इस्तेमाल हुआ है, बिल्कुल हुआ है ज़ालिकल ज़नीम। और वो जो कुरान है वो नबी पाक सल्लल्लाहु अलैहि वसल्लम पे नाजिल हुआ है, बिल्कुल हुआ है। अल्लाह ने तो नहीं आके हमें बताया, नबी पाक सल्लल्लाहु अलैहि वसल्लम ने बताया कि ये कुरानी तालीम है। कुरान जो है नबी पाक सल्लल्लाहु अलैहि वसल्लम ने बताया, नबी पाक सल्लल्लाहु अलैहि वसल्लम ने इसका मतलब है लफ्ज़ ज़नीम इस्तेमाल किया। तो फिर हरामज़ादा, ज़नीम का मतलब हरामज़ादा है, तो फिर ये क्यों इतराज कर रहे हैं यार किसी और पे? और भाई मैं तो आपसे पूछ रहा हूं, कैसी गुस्ताखी कर रहे हैं कि ये जो हमारे इस्लाम यार मुबशर साहब इतराज नहीं किया, प्लीज आपसे बात नहीं भाई इतराज नहीं किया। असल झगड़ा इस बात से शुरू हुआ था कि वो मिर्जा साहब ने जो लिखा हुआ इतराज तो कर ही नहीं रहा। हम तो कह रहे हैं जो भी मिर्जा साहब ने लिखा सही लिखा है। जो रसूल पाक से मिर्जा साहब ने नासबी मैंने मुखातब ओ मिर्जा साहब के लफ्ज ऐसे ने यार माइक म्यूट कर तू। खुरम शहजाद कहंदा ਸੀ ਮੈਂ ਨਾ ਸੀ ਮਿਰਜ਼ਾ ਸਾਹਿਬ ਨੇ ਸਹੀ ਨਾਸਬੀ ਸਾਹਿਬ ਮਾਈਕ ਤੇ ਨਾਲ ਗੱਲ ਕੋਈ ਨਹੀਂ ਕਰ ਰਿਹਾ। ਨਾਸਬੀ ਸਾਹਿਬ ਮਾਈਕ ਮਿਊਟ ਕਰੋ। ਹਾਂ ਮਿਊਟ ਕਰੋ ਤੁਸੀਂ, ਤੇ ਨਾਲ ਗੱਲ ਕੋਈ ਨਹੀਂ ਕਰ ਰਿਹਾ। ਮਿਰਜ਼ਾ ਸਾਹਿਬ ਨੇ ਸਹੀ ਮੈਂ ਨਹੀਂ ਕੀਤਾ, ਗੱਲ ਕੋਈ ਨਹੀਂ ਕਰ ਰਿਹਾ। ਨਾਸਬੀਆ हजरत अली ਨੂੰ ਕਹਿਣ ਵਾਲਾ ਕਿ ਔਰਤਾਂ ਉਹਨਾਂ ਦੀ ਸੁਨਨਤ ਸੀ ਕਿ ਔਰਤਾਂ ਦੇ ਕੱਪੜੇ ਉਤਾਰਦੇ ਨੇ। ਪਲੀਜ਼ ਮਾਈਕ ਮਿਊਟ ਕਰ ਲਓ। ਓਏ ਮਰਜ਼ੋਟਿਆ, ਮੈਂ ਤੈਨੂੰ ਤੀਜੀ ਵਾਰੀ ਆਖਿਆ ਉਹ ਵਾਬੜਿਆ ਚੁੱਪ ਕਰਕੇ। ਮਰਜ਼ੋਟਿਆ, ਮੈਂ ਤੈਨੂੰ ਤੀਜੀ ਵਾਰੀ ਆਖਿਆ ਮੇਰੇ ਨਾਲ ਮੁਖਾਤਬ ਨਾ ਹੋ, ਤੈਨੂੰ ਮੈਂ ਕਹਿੰਦਾ ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਚਲੋ ਬ੍ਰੇਕ ਤੇ ਬਾਤ ਕਰ ਲੈਂਦੇ ਆ ਗੱਲ। ਕੋਈ ਮੈਂ ਤਾਂ ਨਹੀਂ ਸਮਝਦਾ ਕੋਈ ਮੁਜਬੇ ਨੂੰ ਤਾਂ ਗੱਲ ਹੈ ਹੀ ਨਹੀਂ। ਜਿਹੜੇ ਲਫ਼ਜ਼ ਹੈ ਨੇ ਉਹਦਾ ਜਿਹਨੇ ਲਫ਼ਜ਼ ਬੋਲਿਆ ਉਹਨੇ ਲਫ਼ਜ਼ ਦਾ ਤਰਜਮਾ ਵੀ ਕੀਤਾ, ਉਹਨੂੰ ਉਸ ਤਰ੍ਹਾਂ ਹੀ ਮੰਨਣ ਵਿੱਚ ਕੀ ਹਰਜ ਹੈ? ਨਹੀਂ ਮੰਨਣਾ ਤਾਂ ਕੋਈ ਹਰਜ ਨਹੀਂ, ਦੋਵੇਂ ਗੱਲਾਂ ਠੀਕ ਨੇ। ਇਹਦੇ 'ਚ ਨਾਰਾਜ਼ਗੀ ਵਾਲੀ ਤਾਂ ਕੋਈ ਗੱਲ ਨਹੀਂ। ਇੱਕ ਦੂਸਰੇ ਦੇ ਨਾਲ ਮੁਹੱਬਤ ਦੇ ਨਾਲ ਹੀ ਕਲਾਮ ਕਰਨਾ ਚਾਹੀਦਾ। ਤੇ ਬਾਜ਼ ਦਫਾ ਖਾਮ ਖਾਈ ਗੁੱਸੇ 'ਚ ਇਨਸਾਨ ਚੱਲ ਪੈਂਦਾ। ਕੋਈ ਐਸੀ ਗੁੱਸੇ ਵਾਲੀ ਗੱਲ ਹੈ ਨਹੀਂ। ਮੁਝਬੇ ਨਜ਼ਾ ਗੱਲ ਕੋਈ ਵੀ ਨਹੀਂ ਹੈ ਜਿਹਦੇ ਤੇ ਲੜ ਰਹੇ ਹੋ। ਇੱਕੋ ਹੀ ਗੱਲ ਸਾਰੇ ਕਹਿ ਰਹੇ ਨੇ। माशाअल्लाह
کا حوالہ دے دیں ذرا، یہ جو تحریر تھی یہ کیڑی تحریر کا حوالہ چاہیے؟ یہی جو حوالہ لگایا تھا اس کا حوالہ میں نے کہا مل سکتا ہوں؟ ابھی ان سے میرا خیال ہے 11ویں جلد بتا رہے تھے وہ، 11ویں جلد کا صفحہ نمبر 282، رائٹ؟ ٹھیک ہے، مکتوب احمد 11ویں جلد کا صفحہ نمبر 211 مجھے میرے سامنے تو نہیں کھلی ہوئی، میں اچھا، اور کتاب کا نام کیا تھا؟ میں ابھی دیکھ لیتا ہوں۔ میں نے کہا اے آئی سے پوچھتے ہیں وہ کیا کہتے ہیں اس صفحے کے بارے میں۔ مکتوب احمد، مکتوب احمد یہ لیکن روحانی خزائن جلد 11 ہاں۔ صفحہ نمبر کتنا بتایا؟ 282 ہے آئی تھنک 2 کتنا؟ 282 282 جو ہے ابھی اس کا ہم کر لیتے ہیں پوسٹ مارٹم۔ 282 میں یہ نظم ہے کچھ جس میں محمد فلسطو بصادق سنقسی یا ابن البقا مرا بخباست خود ایزادی ذکر تو اے نسل بدکاراں وذات نمیری علم تمت بالخزی یا ابن البغا، آذیتنی تو نے مجھے تکلیف دی خبثاً اپنی خباثت کی وجہ سے، فلسطہ بصادقن بس تو سچا نہیں ہے، علم تمت بالخزی تو ذلت کے ساتھ مرے گا، یا ابن البغا اے ابن بغا، بذلت نمیری اگر تو اے نسل بدکاراں بذلت نمیری۔ یہ اردو دا ترجمہ تے نہیں فارسی چ کیتی ہے انہوں نے ترجمہ، جی نسل بدکاراں، نسل بدکاراں جی۔ نسل بدکاراں تو اردو میں بھی الفاظ میں کہتا ہوں کہ اس صفحے کا ہم تھوڑا سا تجزیہ اچھا ہے ہونا چاہیے۔ رانا صاحب جدو تسی آمدے ہو تے مسئلہ علمی اعتبار نال تسی او دا جائزہ لیندے ہو، تسی رولا نہیں پاندے، بڑے اچھے طریقے نال سمجھا دیندے ہو۔ بھائی رولا پانے کا مسئلہ ہی کوئی نہیں ہے، اور مختصر گل کر دیو جیڑی 5-7 منٹ دی ہوندی نہیں 30 سیکنڈ دی 30 سیکنڈ ہی سمجھا دیندے نے گل نو، اور یہ تو طنز ہو گیا، رولا نہیں کوئی تماشا نہیں ایک گل۔ اور حسین صاحب اے آئی تو بھی نال آج کل رانا صاحب ٹیکنالوجی بھی لے لی ہے نا اے آئی دی، میں یہی صفحہ جو ہے نا اے آئی میں ڈالنا چاہ رہا ہوں کہ وہ کیا کہتے ہیں جی، میں یہی صفحہ اس میں یہ ڈالنا حکم و چاہ رہا عدل ہوں۔ آج کا اے آئی ہو چکا ہے، کیونکہ مرزا صاحب تو بیچارے پیچھے رہ گئے۔ اچھا یہ انجام آتھم، ایک منٹ، روحانی خزائن جلد 11 تو انجام آتھم ہے، روحانی خزائن جو ہے انجام آتھم ہے، جی ہاں بالکل۔ اور یہ کون سے کتاب؟ جلد 12 اچھا یہ 11 آپ نے بتائی تھی، 11 نکالی میں نے۔ نہیں یہ ملفوظات ہیں یا روحانی خزائن ہے؟ ایک منٹ، روحانی خزائن 11 ہے، ہاں ملفوظات کی جلد 11 ہے ہی نہیں، اور ہاں ملفوظات ہی نہیں ہے، ٹھیک ہے ٹھیک ہے۔ میرا خیال ہمارے پاس سب سے بڑے جو اے آئی ہے نا یہاں وہ حسینی صاحب ہیں، اتنی معلومات ان کی بھی نہیں ہے جتنی ماشاءاللہ حسینی صاحب کی ہیں۔ یہ تو درست ہے، لیکن آپ نے کل نعرے بھی لگائے نا بیچ میں، رانا بھائی جب بولا اللہ اکبر، اللہ ہماری اکبر نعرہ لگانا سچائی سامنے آ گئی، جیت گئے۔ نہیں میں نے یہ نہیں کہا، ایسے نہ کہ میں نے یہ نہیں کہا، میں نے صرف آپ نے کہا بولا نعرہ حق تکبیر سامنے اللہ آ اکبر۔ گیا، سچ سامنے آ گیا۔ نہیں میں نے یہ بھی نہیں کہا، ویسے سن علی لیں۔ والا صاحب موجود سو تسی کل میں نے یہ نہیں کہا، نہیں کہا میں نے۔ جدو رانا صاحب نے چلائی اچھا میں تو کتاب کا حوالہ تو دے دو، رانا صاحب نے البتہ انصر رضا پر لعنت ڈالی ہوئی ہے، کوئی علمی کتاب صحیح تو ڈالی ہے۔ کریں، علمی یار چھوڑ دو ان باتوں کو لوگوں۔ ساری باتیں غلط نہیں ہے، کوئی نہ کوئی چیزیں ٹھیک بھی ہیں، لیکن ہم آپس کی ضد میں ہم نے وہ پٹی چڑھا لی ہے ضد کی کہ جو صحیح بات بھی ہے ان کی وہ ہم نہیں مانتے۔ شیعہ کی ساری باتیں غلط تو نہیں ہیں، دیوبندیوں کی ساری باتیں غلط تو نہیں ہیں، جو اللہ کی تعریف کرتے ہیں، اللہ کی حمد بیان کرتے ہیں، نماز روزے کی پابندی ہوتی ہے، قرآن مجید کی تلاوت ہوتی ہے، یعنی سارا کچھ جو ہے وہ ظاہر شریعت کا بھی احترام کرتے ہیں، خیال کرتے ہیں۔ شیعہ حضرات میں حب اہل بیت ہے، محبت ہے سارا، لیکن ان کے ساتھ ہم اہل سنت ہیں، ٹھیک ہے، ہم میں اگر جو سچے لوگ ہیں، جو صحیح مسلک حقہ پر چلنے والے ہیں، ان میں یہ ہے کہ ان میں اعتدال ہے، اعتدال ہے۔ جس طرح پیر میر علی شاہ صاحب کا یہ میں آپ کو چیزیں سنا رہا ہوں
کہ فوراً کفر کا فتویٰ لگا دینا اور دار اسلام سے خارج کر دینا، یہ شان نہیں ہے علماء کی۔ تو جہاں تک ہم بھی حد سے بڑے ہوئے ہیں بعض چیزوں میں، بزرگوں کے ساتھ تعلق رکھنے میں، بزرگوں کے ساتھ یعنی وہ سلوک، اس میں دیکھیں وہ فرماتے ہیں کہ نظر و نیاز، جو یہ نظر کا جو لفظ ہے یہ مخصوص ہے اللہ کے لیے۔ نظر کا لفظ، اب بولتے ہیں جی پیر صاحب کو نذرانہ دینا ہے، جی یہ پیر صاحب کا نذرانہ ہے، یہ میں فلاں نے نظر مانی ہے درگاہ میں، تو آپ یہ نظر کا لفظ کیوں بولتے ہیں؟ یہ تو اللہ کے لیے خاص ہے۔ انی نظر تو للرحمان ہے، قرآن میں آیا ہے۔ تو پیر صاحب نے لکھا ہے، پیر میر علی شاہ صاحب نے لکھا ہے کہ اب یہ چیز پیروں کو چاہیے کہ مریدوں کو بتائے کہ یہ مخصوص اللہ کے لیے ہے۔ دیکھیں نا پرانے، میں کئی خطابوں میں بھی اس کا ذکر میں نے کیا ہے، یہی چیزیں ہیں بدعات، جو ایسی چیزیں ان کو سمجھانا پڑتا ہے۔ تو اس میں وہ کہتے ہیں کہ ایک ہمارے عام صدا لگائی جاتی ہے، ملنگ لگاتے ہیں، لیکن ملنگ جو ہے وہ عقیدہ بیان کر رہا ہے، یہ فکرہ کسی خاص آدمی کا ہے کہ نظر اللہ نیاز حسین، سنا ہے نا آپ نے؟ یہ عقیدہ رکھے آپ۔ صدا یہ لگاتے ہیں ملنگ لوگ جو آپ سے مانگ رہے ہیں، نظر اللہ نیاز حسین، اس طرح کہتے ہیں کہ نہیں؟ اور تساں کول کدھر منگیا نہیں، تسی دیو تے منگو نہ ہے جی۔ مولوی ایک بھی آ نہیں کرنا پہ، انہاں کول منگنے ہی نہیں تھے ہے جی۔ تو مطلب ہے کہ وہ کہتے ہیں نظر اللہ نیاز حسین۔ دیکھو عقیدہ کہ نظر کا تعلق اللہ سے ہے، نظر اللہ کی مانے، نیاز حسین، حسین کی نیاز کیا مطلب؟ کچھ پکا کر ایصال ثواب کی دعا کرے، یہ نیاز بزرگوں کی ہوتی ہے، نظر اللہ کی ہوتی ہے، ٹھیک ہے نا؟ یہ اور بہت سی چیزیں ہیں جو ہمارے اہل سنت میں آج کل کے، خاص کر پیروں کے، ہماری خانقاہوں میں بڑے بڑے غلط عقیدے ہیں۔ مولوی اور پیر جو ہیں وہ اپنے یعنی خطبہ کو Okay, put it on the keyboard. Let's see how good you are, how tall you have become. لوگوں کو منع کرو کہ ایسا نہ کیا Yeah, you may not be able to do this. کوئی نہیں کہتا، کیوں؟ وہ پیری چمکاتے ہیں اپنی، کہ ہمیں جب تک کوئی حاجت روا نہیں سمجھے گا کہ مشکل نہیں ساری کنجی نہ کولے، اے بیٹھے جڑے اے کنجیے پھر سنتے تاں مشکل حل ہو سی۔ تو اگر سچی بات بتا جی جائے تو ان کو نذرانہ کون دے گا؟ ان کے ہاتھ کون چومے گا؟ یہ ہم میں خرابی ہے، پیروں میں۔ میں اپنی بات کروں، سب سے پہلے میں ہوں۔ تو اگر یہ مجھ میں خرابی ہے کہ میں اپنے آپ کو حاجت روا سمجھ بیٹھوں تو لوگوں کی مشکلیں میں حل کرتا ہوں، تو یہ کتنی بری بات ہے۔ مجھے اپنی اوقات سمجھنی چاہیے کہ میں کیا ہوں۔ یہ جتنے فرقے ہیں سب کی باتیں ساری غلط نہیں ہیں، ساری باتیں غلط نہیں ہیں، کوئی نہ کوئی چیزیں ٹھیک بھی ہیں، لیکن ہم آپس کی جی صحیح فرمایا، ویسے ماشاءاللہ انہوں نے بڑی اچھی بات کی ہے، زبردست بات کی ہے۔ صاحب تہاڈی ملاقات ہے نا نصیر الدین شاہ صاحب؟ سانی صاحب جی جی یہ گولڈن شریف دا چن سن، یا بالکل، تے جڑے کام انہوں نے کیتے نے نا سانی صاحب چھڈ گل دیو، سبحان اللہ، جو کچھ گلاں انہاں لکھ چھڑیاں نے، جو انہوں نے کام کیتے نے نا، یا میں تے انہاں دے کہ کہندے نے ملاقات بھی ہے میری، تے گل بات بھی ہے، نہیں گل بات جیڑی انہاں دے بیٹے نال ہے، جامی نال جڑے اسم گدی نشین نے نا، انہاں نال نے، اے جڑے نے بڑے کہ کہندے نے بڑے علم والے، انہاں نے انہاں گدی تو ہٹ کے کام کیتے نے سانی صاحب، فارسی، عربی، اردو، نثر، نظم اور پھر نعت پڑھ لینا، جی ہاں، منظوم جڑا ہے وہ کچھ سیلانی، بڑی بڑیاں خوبیاں وہ جڑا سانی صاحب وہ بالا گلو اللہ بے کمال یہ درود نہیں ہے،
ਉਹ ਜਿਹੜਾ ਵਾਜਾ ਨਹੀਂ ਅੱਗੇ ਕੁਆਰ ਰੱਖ ਕੇ ਜਾਂਦੇ, ਹਾਂ ਬਿਲਕੁਲ ਉਸ ਪੀਰ ਸਾਹਿਬ ਉਹਦੇ ਤੇ ਵੀ ਪੜ ਲੈਂਦੇ ਸੀ। ਮੈਂ ਉਹੀ ਤੇ ਕਹਿਣਾ ਨਾ ਵੀ ਸਾਰੀਆਂ ਕੁਆਲਿਟੀਆਂ ਆਈਆਂ ਨੇ। ਮੈਂ ਸਰੀ ਸਾਹਿਬ 2001 ਵਿੱਚ ਅਲੀ ਵਾਲਾ ਸਾਹਿਬ ਉਮਰਾ ਕਰ ਗਏ ਨਾ, ਵਾਲਦਾ ਨਾਲ ਆ ਰਹੇ ਅਸੀਂ। ਅੱਛਾ ਸੈਨ ਸਾਹਿਬ ਉਹ ਜਿੱਥੇ 에어ਪੋਰਟ ਤੋਂ ਬੱਸਾਂ ਤੇ ਬਾਲਦੇ ਨੇ ਤੇ ਫਿਰ ਅੱਗੋਂ ਜਹਾਜ਼ ਤੇ ਖੜਦੇ ਨੇ ਇਹ ਉਸ ਟਾਈਮ। ਹਾਂਜੀ ਉੱਥੇ ਸਾਊਦੀ ਅਰਬ ਨਾ। ਅੱਛਾ ਬੱਸਾਂ ਦੇ ਬੱਸ ਫੁੱਲ ਸੀ ਸਾਰੀ ਤੇ ਅਸੀਂ ਵੀ ਬਹਿ ਗਏ, ਸਾਰੀ ਬੱਸਾਂ ਨੂੰ ਸੀਟ ਮਿਲ ਗਈ ਤੇ ਇਹ ਸ਼ਾਇਦ ਆਖਰ ਤੇ ਆਏ। ਇਹ ਡੰਡੇ ਨੂੰ ਜਿਹੜਾ ਉੱਤੇ ਡੰਡਾ ਜੀ ਨਾ ਬੱਸ ਦਾ ਉਹ ਪਕੜ ਕੇ ਖਲੋ ਗਏ, ਕਿਉਂ ਝਟਕਾ ਲੱਗਦਾ ਨਾ ਤੇ ਇੱਕੋ ਹੀ ਬੰਦਾ ਸਾਰੀਆਂ ਸੀਟਾਂ ਫੁੱਲ ਬੈਠੇ ਨੇ। ਤੇ ਮੈਂ ਵਾਲਦਾ ਨੂੰ ਕਹਿੰਦਾ, ਮੈਂ ਕਹਿੰਦਾ ਇਹ ਬੰਦੇ ਜਿਹੜੇ ਖਲੋਤੇ ਨੇ ਕੋਈ ਜਾਣੇ ਪਛਾਣੇ ਨਹੀਂ ਲੱਗ ਰਹੇ ਕੌਣ ਨੇ। ਉਹ ਦੇਖਦੇ ਨੇ ਤੇ ਕਹਿੰਦੇ ਪੁੱਤਰ ਮੈਨੂੰ ਤੇ ਮੈਂ ਤੇ ਨਹੀਂ ਪਛਾਣਿਆ, ਪਤਾ ਨਹੀਂ ਕੌਣ। ਅੱਛਾ ਇੱਕਦਮ ਫਿਰ ਮੇਰੀ ਵਾਲਦਾ ਵਾ ਯਾਦ ਆ ਗਿਆ, ਕਹਿੰਦੀ ਇਹ ਪਿੰਡੀ ਇੱਕ ਪਾਰਟੀ ਸੀ, ਸਾਡੇ ਵਾਲਦ ਵੀ ਉੱਥੇ ਗਏ ਤੇ ਇਹਨਾਂ ਨਾਲ ਤਸਵੀਰ ਹੈ ਵਾਲਦ ਦੀ। ਤੇ ਮਨ ਵਾਲਦਾ ਕਹਿੰਦੀ ਪੁੱਤਰ ਇਹ ਤਾਂ ਉਹ ਲੱਗਦੇ ਨੇ ਉਹ ਪਿੰਡੀ ਕੋਲੜੇ ਵਾਲੇ। ਤੇ ਮੈਂ ਵੀ ਜਦੋਂ ਗੌਰ ਨਾਲ ਵੇਖਿਆ ਤੇ ਕੱਲ ਮੁਕੱਲਾ ਹੁਸੈਨੀ ਸਾਹਿਬ ਤੇ ਬਾਕੀ ਸਾਰੇ ਬੈਠੇ, ਕਿਉਂ ਬੱਸ ਚੱਲ ਹੀ ਨਹੀਂ ਰਹੀ ਤੇ ਇਹ ਖਲੋਤੇ। ਅੱਛਾ ਮੈਨੂੰ ਜਦ ਪੱਕਾ ਮੁਕੰਮਲ ਹੋ ਗਿਆ ਯਕੀਨ ਇਹ ਤਾਂ ਪੀਰ ਨਸੀਰੁद्दीन ਸ਼ਾਹ ਸਾਹਿਬ ਨੇ। ਤੇ ਮੈਂ ਜਾ ਕੇ ਫਿਰ ਗਿਆ ਤੇ ਸਲਾਮ ਕੀਤਾ ਤੇ ਮੈਂ ਕਿਹਾ ਸਰ ਤੁਸੀਂ ਇੱਥੇ ਬਹਿ ਜਾਓ ਮੇਰੀ ਸੀਟ ਤੇ। ਤੇ ਕਹਿੰਦਾ ਨਹੀਂ ਕੋਈ ਨਹੀਂ ਬੈਠੋ ਤੁਸੀਂ, ਕੋਈ ਗੱਲ ਨਹੀਂ, ਮੈਂ ਜੋ ਆਪਣੀ ਪੰਜਾਬੀ ਪਿੰਡੀ ਵਾਲੀ ਜ਼ੁਬਾਨ ਤੇ। ਤੇ ਮੈਂ ਕਿਹਾ ਆਪਣਾ ਪੀਰ ਨਸੀਰੁद्दीन ਸ਼ਾਹ ਸਾਹਿਬ ਵੀ ਤੁਸੀਂ? ਕਹਿੰਦਾ ਹਾਂਜੀ ਮੈਂ ਕਿਹਾ ਨਹੀਂ ਸਰ ਪਲੀਜ਼ ਬੈਠੋ ਮੇਰੀ ਸੀਟ ਤੇ, ਇੰਜ ਕਰੋ। ਨਹੀਂ ਬੈਠਾ ਤੇ ਬੜੀ ਮੈਂ ਮਿਹਨਤ ਕੀਤੀ, ਲੇਕਿਨ ਫਿਰ ਮੈਂ ਵੀ ਖਾ ਰਿਹਾ, ਮੈਂ ਕਿਹਾ ਮੈਂ ਬਣਾ ਨਹੀਂ ਹਾਂ। ਤੇ ਮੈਂ ਵੀ ਖੜਾ ਹੋ ਗਿਆ। ਫਿਰ ਇੱਕ ਹੋਰ ਬੰਦਾ ਕੋਈ ਪਿੰਡੀ ਨਾ ਉਸਨੇ ਵੀ ਪਛਾਣ ਲਿਆ, ਉਹ ਕੋਈ ਮੁਰੀਦ ਹੈ ਇਹਨਾਂ ਦਾ। ਉਹ ਇੱਕਦਮ ਆ ਕੇ ਹੁਸੈਨੀ ਸਾਹਿਬ ਇਹਨਾਂ ਦੇ ਗੋਡਿਆਂ ਤੇ ਪੈ ਗਿਆ ਨਾ। ਉਹਨੇ ਜਦੋਂ ਦੇਖਿਆ ਉਹ ਗੋਡੇ, ਕਿਉਂ ਉਹਨਾਂ ਦੀ ਅਕੀਦਤ ਹੈ ਨਾ ਉੱਥੇ ਅਲੀ ਵਾਲਾ ਸਾਹਿਬ ਉਹ ਉਹਨਾਂ ਨੇ ਗੋਡਿਆਂ ਤੇ ਬਹਿ ਰਿਹਾ। ਤੇ ਫਿਰ ਉਹਨਾਂ ਨੂੰ ਮਿੰਨਤਾਂ ਕੀਤੀਆਂ ਕਿ ਹੱਥ ਚੁੰਮੇ ਤੇ ਕਹਿੰਦਾ ਤੁਸੀਂ ਉੱਥੇ ਆਓ ਬੈਠੋ ਉੱਥੇ। ਤੇ ਫਿਰ ਉਹ ਬੜੇ ਮਜਬੂਰ ਨੇ ਕੀਤਾ ਤੇ ਉਹਨੇ ਜਾ ਕੇ ਫਿਰ ਉੱਥੇ ਬਹਿ ਗਏ। ਉਹ ਆਖਣ ਦਾ ਮਤਲਬ ਹੈ ਕਿ ਇਹ ਦੇਖੋ ਕੱਲ ਠੀਕ ਠਾਕ ਹੁਣ ਪਾਕਿਸਤਾਨ ਵਿੱਚ ਹੋਵੇ ਤੇ ਇਹਨਾਂ ਨੇ ਬੜਾ ਪ੍ਰੋਟੋਕੋਲ ਹੋਣਾ ਹੈ, ਇਹ ਯਾਨੀ ਕਿ ਲੱਖਾਂ ਬੰਦੇ ਰੋਜ਼ ਆने नजराना। लेकिन ਉੱਥੇ मैं जब देखा मैं देखो यार सारे बैठे थे, ਇਹਨਾਂ ਨੂੰ नहीं सीट मिली तो खलोते ने बेचारे। पूरा नाम इनका बताएं कोई जो आप कह रहे हैं। पीर नसीरुद्दीन। अच्छा इन्होंने कुतुब भी लिखी है, इन्होंने कोई कुतुब लिखी बड़ी मुझे कोई किताब बताएं फिर मैं इनकी किताब का तजजिया करूंगा। ਇਹਨਾਂ ਦਾ ਜਿਹੜਾ ਨਿਜ਼ਾਮ ਬਣਿਆ ਹੈ ਨਾ ਹੁਸੈਨੀ ਸਾਹਿਬ ਤੁਹਾਨੂੰ ਪਤਾ ਹੈ? ਜੀ ਹੁਸੈਨੀ ਸਾਹਿਬ ਮੈਂ ਜਿਹੜਾ ਪੀਰ ਨਸੀਰੁद्दीन ਦਾ ਨਿਜ਼ਾਮ ਬਣਿਆ ਸੀ ਜਿਹਦੀ ਵਜ੍ਹਾ ਤੋਂ ਇਹਨਾਂ ਨੇ ਹੱਥੋਂ ਕਿਤਾਬਤ ਵੀ ਕੀਤੀ ਉਲਮਾ ਨਾਲ ਜੀ, ਇਹ ਜਿਹਦੀ ਵਜ੍ਹਾ ਤੋਂ ਜ਼ਿਆਦਾ ਦੇਰ ਜਿਹੜਾ ਹੈ ਗੋਸ਼ਾ ਨਸ਼ੀਨੀ ਜਿਹੜੇ ਉਸ ਚੀਜ਼ ਦਾ ਪਤਾ ਤੁਹਾਨੂੰ? ਨਹੀਂ। ਇਹਨਾਂ ਨੇ ਆਪਣਾ ਗੁਜਰਾਤ ਦੇ ਵਿੱਚ ਨਾ ਇੱਕ ਪਿੰਡ ਹੈ ਬਾਹਰ ਵਾਲੀ ਜੀ, ਉੱਥੇ ਆਏ ਹੈ ਤੇ ਇਹਨਾਂ ਖਿਤਾਬ ਕੀਤਾ ਤੇ ਬਾਅਦ ਸਵਾਲ ਜਵਾਬ ਹੋਏ ਤੇ ਕਿਸੇ ਨੇ ਪੁੱਛਿਆ ਕਿ ਹਜ਼ੂਰ ਜਿਹੜਾ ਸੈयद ਦਾ ਗੈਰ ਸੈयद ਨਾਲ ਨਿਕਾਹ ਹੈ, ਉਹਨਾਂ ਕਿਹਾ ਬਿਲਕੁਲ ਜਾਇਜ਼। ਆਹੋ ਮੈਂ ਉਹ ਸੁਣਿਆ ਮੈਂ। ਉਹ ਹੁਸੈਨੀ ਸਾਹਿਬ ਬੜਾ ਇਹਨਾਂ ਦਾ ਨਿਜ਼ਾਮ ਬਣਿਆ ਸੀ, ਬੜਿਆ ਬੰਦਿਆਂ। ਫਿਰ ਇਹਨਾਂ ਨੇ ਜਿਹੜੇ ਵਕਤ ਦੇ ਉਲਮਾ ਸੀ ਉਹਨਾਂ ਕੋਲ ਉਹਨਾਂ ਨੂੰ ਕਿਤਾਬਾਂ ਲਿਖੀਆਂ, ਫਿਰ ਉਹਨਾਂ ਦੇ ਹੱਥੋਂ ਕਿਤਾਬਤ ਹੋਈ। ਜਿਹੜੇ ਦੂਜੇ ਨੇ ਨਾ ਇਹਨਾਂ ਦੇ ਇਸ ਟਾਈਮ ਹੁਣ ਜਿਹਨਾਂ ਦੇ ਇਹਨਾਂ ਦਾ ਬੇਟਾ ਪਿਆ ਪੀਰ ਜਾਮੀ, ਮਾਮੂ ਹੀ ਲੱਗਦੇ ਨੇ ਇਹਨਾਂ ਦੇ, ਇਮਾਮੁद्दीन ਜਾਮੀ ਜੀ ਹਾਂ। ਤੇ ਉਹ ਹੁਸੈਨੀ ਸਾਹਿਬ ਉਹ ਜਿਹੜੇ ਇਸ ਚੀਜ਼ ਨੂੰ ਨਹੀਂ ਪਸੰਦ ਕਰਦੇ ਆਏ ਨਾ, ਉਹ ਉਹਨਾਂ ਨੇ ਬੜੀ ਮੁਖਾਲਫਤ ਕੀਤੀ ਸੀ ਇਹਨਾਂ ਨੇ। ਤੇ ਪੀਰ ਸਾਹਿਬ ਨੇ ਜਿਹੜਾ ਉਹਨਾਂ ਨੇ ਕਿਹਾ ਕਿ ਠੀਕ ਹੈ ਮੇਰੀ ਗੱਦੀ ਜਾਂਦੀ ਹੈ ਜਾਏ, ਜਿਹੜੀ ਚੀਜ਼ ਹੈ ਮੈਂ ਉਹ ਬਿਆਨ ਕਰਾਂਗਾ। ਜਿਹੜੀ ਸੱਚ ਗੱਲ ਜੀ ਹਾਂ। यही काबुल है रेली वाला सर, एक बेटा है ये जो पोता है ये पूरे इस खानदान में ये काबुल ही है, उस तो बाद कोई भी ना नहीं निकले ऐसा बंदा। नहीं इलम दा समंदर है। नहीं इलम तो हां ये बड़े हां जी। ਉੱਥੇ ਹੁਸੈਨੀ ਸਾਹਿਬ ਇੱਕ ਬੰਦਾ ਤੇ ਉਹਨੇ ਕਿਹਾ ਪੀਰ ਸਾਹਿਬ ਜਿਹੜਾ ਹੱਥ ਚੁੰਮਣਾ ਜਾਂ ਉਹਨਾਂ ਕਿਹਾ ਯਾਰ ਮੈਂ ਤੇ ਹੁਣ ਕਿੰਨੀ ਵਾਰੀ ਮਨਾ ਕਰਾਂ, ਮੈਂ ਮਨਾ ਕਰਨਾ ਤੇ ਬੰਦੇ ਕਹਿੰਦੇ ਨੇ ਇਹ ਗਰੂਰ ਚ ਆ ਗਿਆ। ਹਾਂ ਸਾਨੂੰ ਹੱਥ ਨਹੀਂ ਲਾਣ ਦਿੰਦਾ, ਜੇ ਹੱਥ ਚੁੰਮਣ ਦਿੰਦਾ ਤੇ ਆ ਜੋ ਗਲਤ ਕਰਾਂਦਾ ਹੈ। ਮੈਨੂੰ ਦੱਸੋ। ਫਿਰ ਉਹਨੇ ਤਕਰੀਰ ਵੀ ਕੀਤੀ ਨਾ ਇੱਕ ਨਾ ਇਹਨਾਂ ਦਾ ਹੈ ਉਹਨੂੰ ਦੁਆ ਕਰਕੇ ਨਾ ਇਹਨਾਂ ਨੇ ਮਸਲਨ ਉਹ ਸੀਡੀਆਂ ਇਹਨਾਂ ਦੀਆਂ ਉਹ ਬੜੀਆਂ ਚੱਲੀਆਂ ਆਈਆਂ। ਇਹਨਾਂ ਨੇ ਕਿਹਾ ਕਿ ਮੈਂ ਪੀਰ ਮੇਰੇ ਲਈ ਸ਼ਾਹ ਦਾ ਪੋਤਰਾ ਵਾਂ, ਨਸੀਰੁद्दीन ਸ਼ਾਹ ਮੇਰਾ ਨਾਂ ਹੈ ਤੇ ਮੈਂ ਤੁਹਾਨੂੰ ਕੁਝ ਨਹੀਂ ਦੇ ਸਕਦਾ, ਨਾ ਮੇਰੇ ਕੋਲ ਕੋਈ ਇਖਤਿਆਰ ਹੈ। ਇਹ ਜਿਹੜੇ ਬੰਦੇ ਕਹਿੰਦੇ ਨੇ ਪੀਰ ਫਲਾਣ ਨੂੰ ਪੁੱਤਰ ਦਿੰਦੇ ਨੇ, ਫਲਾਣ ਨੂੰ ਧੀ ਦਿੰਦੇ ਨੇ, ਫਲਾਣ ਉਹਨੇ ਕਿਹਾ ਮੈਂ ਆਪਣਾ ਕੁਝ ਨਹੀਂ ਕਰ ਸਕਦਾ, ਤੁਹਾਨੂੰ ਕਿੱਥੋਂ ਦੇਣੇ। ਉਹ ਜਿਹੜੀ ਇਹਨੇ ਸੀਡੀ ਜਿਹੜੀ ਬੜੀ ਚਲੋ ਜਿਸ ਮੈਂ ਵੇਖਿਆ ਕਿ ਪੀਰ ਸਾਹਿਬ ਜਿਹੜੇ ਕਈ ਆਖਣ ਲੱਗ ਪਏ ਪੀਰ ਸਾਹਿਬ ਭਾਬੀ ਹੋ ਗਏ ਨੇ, ਕਈ ਆਖਣ ਲੱਗ ਪਏ ਪੀਰ ਸਾਹਿਬ ਜਿਹੜੇ ਨੇ ਇੰਝ
اللہ پاک جنتا دے گھر گھر بڑے بڑے کے کہندے نے علم والے نہیں کرنے علی والا صاحب فرقہ واری دی کدے گل انہاں نے کیتی کسی دی اہل تشیعہ دی مجلساں جا کے حق دے رہے میں کہنا کسی فرقے دے بندے انہیں کہہ دے اللہ برا نہیں کہہ جیلم دا جادہ پنڈ سنیا جی نا جادہ زیادہ نہیں او وے گجراں دا ٹھیک ہے زیادہ اتنے آبادی گجر ہے لیکن اتنے اہل تشیع دی آبادی جڑی بہت زیادہ ہے وہ انہاں دے مرید دا ہے تے بڑا آخدے ہے پیر صاحب باؤ ساڈے ایک واری آؤ ایک واری تے مجلس وچ ٹر گئے مجلس وچ جا کے نہ جڑا خطاب فرمایا فرقہ واریت دی گل نہیں کردے آئے نہیں کرتے بالکل نہیں کردے رانا صاحب نے جنیاں ساری تربیت میں آپ کو یہی بتانا چاہ رہا ہوں کہ میرے پاس صرف 2 منٹ رہ گئے ہیں کوئی سوال پوچھنا ہے تو پوچھ لیں تو پھر میں بزی ہو جانا کسی نے پوچھنا نہیں سانو کو نہیں لوڑ رانا صاحب سوال پوچھے کوئی سوال پوچھنا ہے 2 منٹ ہے 2 منٹ تو بڑے ہوتے نہیں پہلے یہ اعتراض کرتے تھے سوالوں سے بھاگ جاتے ہیں جی یہ ان سے سوال پوچھے کتابوں پہ روتے ہیں یہ تو میں نے اب کہہ دیا جو سوال پوچھنا پوچھ لو یہ تہاڈی طرفوں تے اعلان عام ہوندا ہے نا جنہیں سوال پوچھنا پوچھو اور جب تک میں نے کہا اللہ تعالیٰ نے ہمت بھی دی ہے انشاءاللہ جواب آ جائے جواب ہی حسین صاحب بے آئی کو لے کے دیندے نے تہاڈیاں قابلیت نئی ٹیکنالوجی نال وہ انکار نہیں ہو سکتا بہت کمال پر ٹائم میرے مخصوص ہیں میں باہر جا رہا ہوں ہاں پھر لسننگ موڈ پہ ہوں گا میں سنوں گا صرف نہیں ٹھیک ہے فریش ایئر لینی چاہیے بندہ گھر اگر 2-3 منٹ میں کوئی کوشچن ہے تو کوئکلی جواب دے بھی دوں گا جلدی جلدی پوچھ لو میں نال کپڑے پا رہے ہیں مٹے گا ہم سوال پوچھنا تو پوچھ لو لیکن ایک بات حسین صاحب میں بات ویسے کرنا چاہوں گا ماشاءاللہ آپ کی وہ مطلب میں نے محسوس کی ہے کہ واقعی آپ کا نالج مطلب وہ ایسے نہیں بنا کہ رائٹ میں آپ کو جو چیز آ جاتی ہے جس میں کوئی گوگل نہیں ہے اس میں کچھ نہیں ہے وہ معلومات آپ کو ہوتی ہے تو نظر آتا ہے کہ آپ کا ایک مطالعہ ہے وسیع ترین مطالعہ ہے یہ آج پتہ چلا رانا صاحب آپ کو ویسے یا اس سے پہلے کیا لطیفہ سنا دیا آپ نے کیا جو ہے نا یہ اوور زیادہ سپورٹ کرتے ہیں ہمارے مخالفین کو اور یہ چیز یہ اور باعث بڑے ہیں ہمارے اگینسٹ کیونکہ انہوں نے جب ہماری طرف سے کوئی ایسا کوئی جواب دے دیتا ہے کہ جس میں اس کو پھنسایا جا سکے اس کو رکھ لیتے ہیں اور باقی ایم ڈیوں کو پار دیتے ہیں اور پھر اس کو آگے کر دیتے ہیں تاکہ اس کا مذاق اڑایا جائے یہ چیز جو ہے نا مجھے اس سے جو اسکالرلی جو مجھے احمدی برادروں میں ایسا نہیں ہوتا نا ذکر صاحب یہ جہاں پہ مربی صاحب بیٹھتے ہیں وہاں ایسا نہیں ہوتا کشمیری بھائی لیکن دیکھیں میں تو ان کو ایک اسکالرلی پرسن سمجھتا ہوں سینی صاحب کو تو یہ ان کو باتیں مربی صاحب نے نہیں سمجھتے ہیں یہ ان کو اس سے مربی صاحب جڑے نے وہ اسکالر نہیں ہیں ان کا جو امپریشن میرے پہ تھا وہ باعث ہے نا ایک طرف کے یہ تو نیوٹرل ہے نا اس لحاظ سے کہہ رہے ہیں وہ اچھا مربی صاحب باعث نے ٹھیک ہو گیا اسپیشلی جب اسکالرلی لگتے ہیں کمیونٹی کے لیے باعث ہیں وہ لوگ بندہ کہتا ہے کہ یار اسکالرلی پرسن ہے دین ہی ڈز دیز تھنگز ٹھیک ہے رانا صاحب مربی صاحب جڑے نے وہ باعث جڑی یہ گل کرتے ہیں ہر بندہ باعث ہوتا ہے اپنی کمیونٹی کے لیے اپنے نظریات میں دس از ناٹ رانگ تھنگ میں آپ کو ایک بات بتاؤں رانا صاحب جو ایک اسکالرلی بندہ ہوتا ہے وہ بھی باعث ہے ٹھیک ہے اپنے پوائنٹ سے باعث ہوتے ہیں لیکن اب اپنے پوائنٹ سے ہوتے ہیں یہ نہیں کس طرح کی حرکتیں شروع کر دیں کہ جی وہ مخالف کا ایک ویک بندہ پکڑ کے اسے کوئی ایسی بات کر دی اس کو پکڑ کے تو اس کو بٹھا دیں اور ایک گیمیں شروع کر دیں یہاں سے ان کا امپریشن میرے پہ بہت خراب ہوا ہے میرے پہ بہت اعلیٰ حسین صاحب لگتا ہے 10ویں پاس نہیں ہونی یہ سمجھ آ گئی رانا صاحب میری سمجھ آ گئی ہاں جی اس کی میں آپ کی تھوڑی ڈیفینس کر دیتا ہوں اس میں وکیل بھی بننا چاہ رہا تھا پہلے بات پتہ کیا ہے اپنا ذکر بھائی جو بھی انسان جتنا بھی کہے نا کہ میں نیوٹرل ہوں وہ اپنے جو ذاتی نظریات کی قید سے باہر نہیں جا سکتا جو بھی اور یہ کوئی بری بات نہیں ہے لیکن ہم نے دیکھنا یہ کہ اس میں ہم کتنا انصاف کا دامن لے سکتے ہیں کتنا سب کو برابر موقع دے سکتے ہیں دیٹ از آئی اپریشیٹ آلویز کہ ہمیں درود پڑھنے کا موقع دیتے ہیں ہمیں ہر بات کہنے کا موقع دیتے ہیں جو بھی ہم کل میں نے 20 منٹ بھی چلائی پورا ٹائم سلاٹ دے دیتے ہیں گراتے نہیں ہیں برابر رکھتے ہیں سب کو گراتے تو سب کو گراتے ہیں ہمیں نہیں گراتے تو آئی تھنک دیٹس انف
باقی جو آپ کی تحفظات ہیں میں اس کو ڈینائی نہیں کر رہا، وہ ٹھیک ہے۔ یہ تو آپ اچھی باتیں بتا رہے ہیں نا سینی صاحب کی، پیڑی پیڑی گالوں باتوں کو وہ بتائے ہیں نا، ان کو اچھالیں، وہ میں یہ مطلب سننا ہے چاہتا کہ ہوں۔ احمدی نہیں ہو سکے، احمدی کیوں نہیں ہے جب غیر نہیں ہے، نہیں جی ان کو نہیں پسند ہے۔ مطلب یہ کہ اگر احمدیوں کو برابر موقع دینا، احمدیوں کی بات سننا، احمدی اگر کوئی تقریر کرنا چاہے ان کو کرنے دینا، اگر وہ سوال کرنا چاہیں کرنے دینا، وہ جو بات اپنا موقف پیش کرنا چاہیں اس میں کوئی رکاوٹ نہیں، یہ ساری باتیں اپنی جگہ ہیں، لیکن احمدی کیوں نہیں ہے؟ لیکن جو ٹول سیکر بھائی ہیں نا وہ آپ کی فیڈ بیک دے رہے ہیں آپ کی ہمدردی اور محبت میں، ہاں بالکل بالکل وہ یہ نہیں کہہ رہے، تنقید نہیں کر رہے، وہ ایک اپنی رائے دے رہے ہیں تاکہ وہ چاہتے ہیں کہ وہ آپ اور ہاں تاکہ اور مطلب میں بہتر ہو جاؤں۔ لیکن حسینی صاحب جو ہیں انہوں نے ٹرو سیکر کے متعلق اپنی رائے دی ہے کوئی؟ جی جی میں کہ حسینی صاحب نے بھی کوئی رائے پہ دی ہے دوسروں کے متعلق اپنی؟ نہیں جی مجھے تو حق ہی نہیں ہے نا اس طرح کی باتیں وہ کیوں آخر یہ کی وجہ ہے؟ جی، اور مجھے اجازت نہیں ہے نا بڑے لوگوں کی طرف سے، بڑے لوگ یہ بات ہے۔ جو صاحب علم ہے جب وہ خود موجود ہوتے ہیں تو پھر مجھے کیا ضرورت ہے کسی طرح کی کوئی بات کہنے کی، جیسے وہ بیان کرتے ہیں وہی میں نے ہمارا یہاں پہ سب سے صاحب علم تو نمرود خان صاحب ہیں، ان سے کوئی علم کی باتیں سنائے، ہاں پوچھ لیں بے شک، کوئی چنگا چنگا گلا سنان تو ساڈی کو تربیت کریں نمرود خان صاحب۔ جی جی بالکل تشریف لے آئے ہیں نمرود خان صاحب اور کوئی پٹو یار مائک کے چپ کر کے بیٹھے ہوئے ہو، نمرود ارادہ فوت ہو گیا۔ آج ایک خطبہ سنا ہے نا کسی نے سینی صاحب؟ ہیلو، وہ کتنے چلے گیا؟ براڈ تو نہیں ڈگ پی کدھر؟ سینی صاحب، سینی صاحب